ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੱਤ ਕਰਤਾਰ ਤੇ ਆਓ ਅੱਜ ਆਪਾਂ ਸੁਣਦੇ ਹਾਂ ਲੇਖਕ ਜਸਵੰਤ ਸਿੰਘ ਕੰਵਲ ਜੀ ਦਾ ਲਿਖਿਆ ਹੋਇਆ ਨਾਵਲ ਲਹੂ ਦੀ ਲੋਅ ਭਾਗ 39 ਪੁਰਜਾ ਪੁਰਜਾ ਘਟ ਮਰੇ। ਬਹਾਦਰ ਸਿੰਘ ਤਾਰਾ ਸਿੰਘ ਦਾ ਭਣੋਈਆ ਸੀ। 3-4 ਏਕੜ ਜ਼ਮੀਨ ਘਰ ਦਾ ਗੁਜ਼ਾਰਾ ਦੇਣੋਂ ਰਹਿ ਖਲੋਤੀ ਸੀ। ਵਟਾਈ ਉੱਤੇ ਲੈ ਕੇ ਵਾਹਿਆ ਕੋਆਪਰੇਟਿਵ ਬੈਂਕ ਦਾ ਕਰਜ਼ਾ ਸਿਰ ਚੜ ਗਿਆ। 1 ਏਕੜ ਗਹਿਣੇ ਪਾ ਕੇ 3 ਸਾਲ ਦਾ ਸੂਦਦਾਰ ਸੂਦ ਪੈ ਕੇ ਪਹਾੜ ਹੋਇਆ ਕਰਜ਼ਾ ਮਸੀਂ ਲਾਇਆ ਅਤੇ ਵਾਹੀ ਦੇ ਘਾਟੇ ਵਾਲੇ ਕਿੱਤੇ ਤੋਂ ਤੌਬਾ ਕਰ ਲਈ। ਅਮਰੀਕਨ ਡੇਅਰੀ ਤੋਂ ਕਰਜ਼ਾ ਲੈ ਕੇ 4 ਮੱਝਾਂ ਪਾ ਲਈਆਂ। ਜਿੰਨਾ ਚਿਰ ਡੇਅਰੀ ਦੁੱਧ ਪੈਂਦਾ ਰਿਹਾ ਘਰ ਵਿੱਚ ਵਾਵਾ ਲਹਿਰ ਬਹਿਰ ਰਹੀ। ਚਾਰਾ ਘਰ ਦਾ ਸੀ। ਪਹਿਲੀਆਂ ਕਿਸ਼ਤਾਂ ਦੁੱਧ ਦੀ ਕਟੌਤੀ ਵਿੱਚੋਂ ਸੁਖਾਲੀਆਂ ਮੁੜ ਗਈਆਂ। ਡੈਰੀ ਵਾਲਿਆਂ 25% ਦੀ ਗਰਾਂਟ ਵਜੋਂ ਛੋਟ ਵੀ ਕਰ ਦਿੱਤੀ ਸੀ, ਪਰ ਦੁੱਧ ਬਾਜ਼ਾਰ ਦੇ ਭਾਅ ਨਾਲੋਂ 30 ਪੈਸੇ ਲੀਟਰ ਘੱਟ ਲੈਂਦੇ ਸਨ। ਡੇਅਰੀ ਦਾ ਪੇਂਡੂ ਏਜੰਟ ਹਰੇ ਚਾਰੇ ਅਤੇ ਵੜੇਵਿਆਂ ਵਾਲੀ ਦੁੱਧ ਦੀ ਫੈਟ ਵਿੱਚ ਪੂਰਾ ਫਰਕ ਨਹੀਂ ਪਾਉਂਦਾ ਸੀ। ਉਸ 2-3 ਸਾਲ ਵਿੱਚ ਹੀ ਨਵਾਂ ਮਕਾਨ ਪਾ ਲਿਆ ਅਤੇ 7 ਏਕੜ ਜ਼ਮੀਨ ਗਹਿਣੇ ਵੀ ਲੈ ਲਈ ਸੀ। ਬਹਾਦਰ ਸਿੰਘ ਦੀ 1 ਮੱਝ ਠੰਡ ਲੱਗ ਕੇ ਮਰ ਗਈ ਤੇ 2 ਦੁੱਧੋਂ ਪਚ ਗਈਆਂ। 2 ਸਾਲ ਗੁਜ਼ਾਰਾ ਤਾਂ ਚੰਗਾ ਹੋ ਗਿਆ, ਪਰ ਹੱਥ ਪੱਲੇ ਕੁਝ ਨਹੀਂ ਪਿਆ ਸੀ। 3 ਏਕੜ ਖੇਤ ਦਾ ਚਾਰਾ ਵੀ ਡੈਰੀ ਵਾਲਿਆਂ ਦੇ ਲੇਖੇ ਲੱਗ ਗਿਆ। ਮੱਝਾਂ ਦੁੱਧੋਂ ਹੀ ਨਹੀਂ ਗਈਆਂ ਸਨ, ਸਗੋਂ ਉਮਰੋਂ ਵੀ ਪਿਛਾਂਹ ਹਟ ਗਈਆਂ ਸਨ। ਹੋਣੀ ਦੀ ਮਾਰ ਉਸਦਾ ਬਿਰਧ ਪਿਤਾ ਪਿਸ਼ਾਬ ਦੀ ਤਕਲੀਫ ਨਾਲ ਬਿਮਾਰ ਪੈ ਗਿਆ। ਅਮਰੀਕਨ ਹਸਪਤਾਲ ਵਾਲਿਆਂ 1800 ਲੈ ਕੇ ਦਾਖਲ ਕੀਤਾ। ਐਕਸਰਾ ਹੋਇਆ ਤਾਂ ਡਾਕਟਰਾਂ ਨੇ ਆਖਿਆ ਵੱਡਾ ਆਪਰੇਸ਼ਨ ਹੋਵੇਗਾ। ਬਹਾਦਰ ਸਿੰਘ ਡਾਕਟਰ ਨੂੰ ਕਿਵੇਂ ਆਖਦਾ ਨਾ ਕਰੋ। 1 ਕਿੱਲਾ ਬਿਰਧ ਦੀ ਬਿਮਾਰੀ ਖਾ ਗਈ, ਪਰ ਉਹ ਬਚ ਫਿਰ ਵੀ ਨਾ ਸਕਿਆ। 1 ਕਿੱਲਾ ਹੋਰ ਬਜ਼ੁਰਗ ਦੇ ਮਰਨੇ ਉੱਤੇ ਲੱਗ ਗਿਆ। ਘਰ ਵਾਲੀ ਆਖਦੀ ਸੀ, ਜੇ ਮਰਨਾ ਨਾ ਕੀਤਾ ਸ਼ਰੀਕ ਸਾਰੀ ਉਮਰ ਮਿਹਣੇ ਮਾਰਨਗੇ। 1 ਲਵੇਰੀ ਅਤੇ 2 ਹੱਥੜ ਮੱਝਾਂ ਵੇਚੀਆਂ, ਪਰ ਡੈਰੀ ਵਾਲਿਆਂ ਦਾ ਕਰਜ਼ਾ ਨਾ ਲੱਥਾ। ਆਖਰ ਬਾਕੀ ਬਚਦੀ ਜ਼ਮੀਨ ਗਹਿਣੇ ਪਾ ਕੇ ਉਹ ਸਰਕਾਰੀ ਮਾਮਲੇ ਤੋਂ ਸੁਰਖਰੂ ਹੋ ਗਿਆ। ਅੱਗੇ ਉਹ ਦੁਨੀਆ ਭਰ ਦੇ ਕੰਮਾਂ ਹੇਠ ਦਬਿਆ ਰਿਹਾ ਸੀ, ਪਰ ਜ਼ਮੀਨ ਤੇ ਮੱਝਾਂ ਖੋਸ ਜਾਣ ਪਿੱਛੋਂ ਉਹ ਧੰਦੇ ਲਈ ਤਰਲੇ ਲੈਣ ਲੱਗਾ। ਇੱਕ ਕਾਰੀਗਰ ਮਿੱਤਰ ਦੀ ਸਹਾਇਤਾ ਨਾਲ ਸਨਅਤੀ ਸ਼ਹਿਰ ਸਾਈਕਲ ਫੈਕਟਰੀ ਵਿੱਚ ਮਜ਼ਦੂਰ ਭਰਤੀ ਆ ਹੋਇਆ। ਸਾਲ ਭਰ ਕੰਮ ਕਰਨ ਪਿੱਛੋਂ ਉਹ ਘਰਵਾਲੀ ਨੂੰ ਵੀ ਸ਼ਹਿਰ ਹੀ ਲੈ ਆਇਆ। ਮਹੀਨਾ ਆਉਂਦਾ ਰੁੱਖਾ ਸੁੱਖਾ ਗੁਜ਼ਾਰਾ ਚੱਲ ਜਾਂਦਾ, ਪਰ ਉਹ ਕਰਜ਼ੇ ਜਮਦੂਤ ਤੋਂ ਬਰੀ ਸੀ। ਕੰਮ ਕਰਦਿਆਂ ਬਿਨਾਂ ਕਿਸੇ ਵੈਲ ਦੇ ਜ਼ਮੀਨ ਖੁੱਸ ਜਾਣ ਦਾ ਉਹਨੂੰ ਝੋਰਾ ਸੀ। ਉਹਦੇ ਮਨ ਤਾਂਘ ਹੋਕਦੇ ਕਿਸੇ ਤਰ੍ਹਾਂ ਮੈਂ ਆਪਣੇ ਬਾਪ ਦਾਦਿਆਂ ਦੀ ਜ਼ਮੀਨ ਉੱਤੇ ਵਾਪਸ ਚਲਿਆ ਜਾਵਾਂ, ਪਰ ਫੈਕਟਰੀ ਨੇ ਉਸਨੂੰ ਆਪਣਾ ਜੁੜਵਾਂ ਸੰਦ ਬਣਾ ਲਿਆ। 5-7 ਸਾਲ ਦੀ ਲਗਾਤਾਰ ਮਿਹਨਤ ਨਾਲ ਉਹ ਵਧੀਆ ਫਿੱਟਰ ਬਣ ਗਿਆ। ਫੈਕਟਰੀ ਦੇ ਮਾਲਕਾਂ ਦੀ ਨਜ਼ਰ ਵਿੱਚ ਬਹਾਦਰ ਸਿੰਘ ਸਾਊ ਮਿਹਨਤੀ ਅਤੇ ਇਮਾਨਦਾਰ ਵਰਕਰ ਸੀ। ਤਾਰੇ ਦੇ ਵਾਰੰਟਡ ਹੋਣ ਪਿੱਛੋਂ ਜਦੋਂ IG ਦੇ ਕਰੜੇ ਹੁਕਮਾਂ ਨਾਲ ਉਸ ਦੇ ਦੋਵੇਂ ਅੰਦਰਲਾ ਤੇ ਬਾਹਰਲਾ ਘਰ ਢਾਹ ਦਿੱਤੇ ਅਤੇ ਫਸਲਵਾੜੀ ਤਬਾਹ ਕਰ ਦਿੱਤੀ, ਤਦ ਸੁਰਜੀਤ ਕੌਰ ਦੋਹਾਂ ਨਿਆਣਿਆਂ ਨੂੰ ਚੁੱਕ ਕੇ ਨਣਦ ਕੋਲ ਦਸੌਂਟਾ ਕੱਟਣ ਆ ਗਈ। ਅਸਲ ਵਿੱਚ ਤਾਰੇ ਦੀ ਭੈਣ ਹੀ ਸੁਰਜੀਤ ਕੌਰ ਨੂੰ ਪੁਲਿਸ ਦੀ ਹਵਕ ਦਵਕ ਤੋਂ ਬਚਾਉਣ ਲਈ ਸ਼ਹਿਰ ਲੈ ਆਈ ਸੀ। ਪਿੰਡ ਵਾਲਿਆਂ ਨੂੰ ਕਿੰਨਾ ਚਿਰ ਹੀ ਪਤਾ ਨਾ ਲੱਗਾ ਸੁਰਜੀਤ ਕੌਰ ਕਿੱਥੇ ਚਲੀ ਗਈ। ਪੁਲਿਸ ਦੇ ਪੁੱਛਣ ਤੇ ਡਰਦਾ ਕੋਈ ਦੱਸਦਾ ਵੀ ਨਹੀਂ ਸੀ। ਫਸਲਾਂ ਉਜਾੜ ਦੇਣ ਨਾਲ ਪਿੰਡ ਦੇ ਲੋਕੀ ਪੁਲਿਸ ਦੇ ਢਿੱਡੋਂ ਵਿਰੋਧੀ ਸਨ, ਗਾਲਾਂ ਵੀ ਦਿੰਦੇ ਸਨ, ਪਰ ਡਰਦੇ ਕੁਸਕਦੇ ਵੀ ਨਹੀਂ ਸਨ। ਸੁਰਜੀਤ ਕੌਰ ਦਾ ਮਨ ਤਾਰੇ ਦੇ ਇਨਕਲਾਬੀ ਲਾਣੇ ਵਿੱਚ ਰਲ ਜਾਣ ਨਾਲ ਦੁਖੀ ਸੀ, ਪਰ ਉਹ ਕਰਦੀ ਵੀ ਕੀ। ਇੱਕ ਤਰ੍ਹਾਂ ਸਤਵੰਤ ਸਿਪਾਹੀ ਵਾਲੀ ਗੱਲ ਦੱਸ ਕੇ ਉਹ ਪਛਤਾ ਰਹੀ ਸੀ। ਉਹ ਸਿਪਾਹੀ ਨੂੰ ਗੋਲੀ ਮਾਰ ਦੇਣ ਵਿੱਚ ਆਪੇ ਨੂੰ ਵੀ ਦੋਸ਼ੀ ਸਮਝਦੀ ਸੀ। ਬੋਰਿਆਂ ਵਰਗੀ ਹਾਲਤ ਵਿੱਚ
ਉਹ ਕਿਸੇ ਵੀ ਭੈੜੀ ਖਬਰ ਲਈ ਕੰਨ ਚੁੱਕ ਲੈਂਦੀ। ਪਰ ਕੁਝ ਮਹੀਨੇ ਸੁੱਖ ਸਬੀਲੀ ਨਾਲ ਲੰਘ ਗਏ। ਪਾਰਟੀ ਵਾਲਿਆਂ ਨਵੀਂ ਲਾਈਨ ਅਨੁਸਾਰ ਆਪਣੀ ਮਜ਼ਦੂਰ ਯੂਨੀਅਨ ਦਾ ਵਿੰਗ ਖੜਾ ਕਰਨ ਲਈ ਕਾਮਰੇਡ ਵੇਦ ਦੀ ਡਿਊਟੀ ਲਾ ਦਿੱਤੀ, ਕਿਉਂਕਿ ਐਕਸ਼ਨ ਸ਼ੁਰੂ ਕਰਨ ਲੱਗਿਆਂ ਉਹਨਾਂ ਪ੍ਰੋਲੋਤਾਰੀਆਂ ਦੇ ਸਭ ਤੋਂ ਤਿੱਖੇ ਤਬਕੇ ਸਨਅਤੀ ਮਜ਼ਦੂਰ ਉੱਤੇ ਟੇਕ ਨਹੀਂ ਰੱਖੀ ਸੀ, ਜਿਸ ਦਾ ਪਾਰਟੀ ਨੂੰ ਬਹੁਤ ਨੁਕਸਾਨ ਹੋਇਆ ਸੀ। ਕਿਸਾਨਾਂ ਅਤੇ ਵਿਦਿਆਰਥੀਆਂ ਵੱਲੋਂ ਉਹਨਾਂ ਦੇ ਹੱਕ ਵਿੱਚ ਬੜੀਆਂ ਜ਼ਬਰਦਸਤ ਰੈਲੀਆਂ ਹੋਈਆਂ ਸਨ, ਪਰ ਸਾਰੀ ਮਜ਼ਦੂਰ ਜਮਾਤ ਬਰਫ਼ ਵਾਂਗ ਸੁੱਤੀ ਰਹੀ ਸੀ। ਨੌਜਵਾਨ ਦੀ ਅਥਾਹ ਕੁਰਬਾਨੀ ਨੇ ਲੋਕ ਇਨਕਲਾਬ ਕਰਦਿਆਂ ਜਿੱਥੇ ਲਹੂ ਦਾ ਨਵਾਂ ਸਤਲੁਜ ਵਗਾ ਦਿੰਦਾ ਸੀ, ਉੱਥੇ ਮਜ਼ਦੂਰ ਯੂਨੀਅਨ ਨੇ ਆਪਣੀ ਆਪਣੀ ਪੋਲੀਟਿਕਸ ਪਾਰਟੀ ਦੇ ਪ੍ਰਭਾਵ ਹੇਠਾਂ ਨਕਸਲੀਆਂ ਨੂੰ ਭੁੱਲੜ ਦੇ ਗੁੰਮਰਾਹ ਹੋਏ ਦੇਸ਼ ਭਗਤਾਂ ਦਾ ਖਿਤਾਬ ਦੇ ਕੇ ਫਰਜ਼ ਪੂਰਾ ਕਰ ਛੱਡਿਆ। ਹੁਣ ਪਾਰਟੀ ਇਸ ਮਿਹਾਜ਼ ਨੂੰ ਜਥੇਬੰਦ ਅਤੇ ਸਰਗਰਮ ਕਰਿਆ ਚਾਹੁੰਦੀ ਸੀ। ਇੱਕ ਰਾਤ ਤਾਰਾ ਵੇਦ ਦੀ ਬਾਂਹ ਬਹਾਦਰ ਸਿੰਘ ਨੂੰ ਫੜਾ ਗਿਆ। ਬਹਾਦਰ ਸਿੰਘ ਦੀ ਫੈਕਟਰੀ ਮਾਲਕਾਂ ਨਾਲ ਚੰਗੀ ਬਣੀ ਹੋਈ ਸੀ। ਉਸ ਹੁਣ ਤੱਕ ਮਜ਼ਦੂਰ ਯੂਨੀਅਨਾਂ ਵਿੱਚ ਹਿੱਸਾ ਨਹੀਂ ਲਿਆ ਸੀ। ਉਹਦੇ ਰਸੂਖ ਨਾਲ ਵੇਦ ਮਜ਼ਦੂਰ ਭਰਤੀ ਹੋ ਗਿਆ। ਤਾਰੇ ਦੀ ਹਮਾਇਤ ਅਨੁਸਾਰ ਉਸ ਵੇਦ ਬਾਰੇ ਘਰਵਾਲੀ ਅਤੇ ਸੁਰਜੀਤ ਕੌਰ ਨੂੰ ਵੀ ਕੁਝ ਨਾ ਦੱਸਿਆ। ਫੈਕਟਰੀ ਵਿੱਚ ਵੇਦ ਦਾ ਨਵਾਂ ਨਾਂ ਚਰਨਜੀ ਲਾਲ ਰੱਖਿਆ ਗਿਆ। ਮਜ਼ਦੂਰਾਂ ਦੀਆਂ 2 ਮੀਟਿੰਗਾਂ ਵਿੱਚ ਚਰਨਜੀ ਲਾਲ ਦੇ ਬੋਲਣ ਨਾਲ ਇੰਟਕ ਇੰਡੀਅਨ ਨੈਸ਼ਨਲ ਟ੍ਰੇਡ ਯੂਨੀਅਨ ਕਾਂਗਰਸ ਦੇ ਆਗੂਆਂ ਕੰਨ ਚੁੱਕ ਲਏ। ਭਾਵੇਂ ਉਹ ਹਾਲਾਤ ਨੂੰ ਗਾ ਕੇ ਤੱਤਾ ਨਹੀਂ ਬੋਲਿਆ ਸੀ, ਕਿਉਂਕਿ ਫੈਕਟਰੀ ਵਿੱਚ ਪੈਰ ਜਮਾਉਣੇ ਸਨ, ਪਰ ਪੋਲੀਟਿਕਸ ਲਾਈਨ ਅਨੁਸਾਰ ਉਸ ਮਜ਼ਦੂਰਾਂ ਨੂੰ ਬੁਨਿਆਦੀ ਪੱਖੋਂ ਖਬਰਦਾਰ ਕੀਤਾ। ਪਿਆਰੇ ਸਾਥੀਓ, ਇਹ ਠੀਕ ਹੈ, ਸਾਡੀਆਂ ਉਜਰਤਾਂ ਵਧਣੀਆਂ ਚਾਹੀਦੀਆਂ ਨੇ। ਇਸ ਤਰ੍ਹਾਂ ਮਾਲਕ ਸਾਡੀਆਂ ਤਨਖਾਹਾਂ ਦੇ ਬਹਾਨੇ ਆਪਣੇ ਮੁਨਾਫੇ ਦੀ ਦਰ ਵੀ ਵਧਾਉਂਦੇ ਹਨ। ਮਾਰਕੀਟ ਵਿੱਚ ਸਾਡੀ ਵਰਤੋਂ ਦੀਆਂ ਚੀਜ਼ਾਂ ਹੋਰ ਮਹਿੰਗੀਆਂ ਹੁੰਦੀਆਂ ਹਨ। ਬਾਜ਼ਾਰ ਦੀ ਮਹਿੰਗਾਈ ਮੁੜ ਸਾਡਾ ਮਜ਼ਦੂਰਾਂ ਦਾ ਮਾਸ ਖਾਂਦੀ ਹੈ। ਇਹਦਾ ਮਤਲਬ ਹੈ ਸਰਮਾਏਦਾਰੀ ਫੈਕਟਰੀ ਵਿੱਚ ਦਿੰਦੀ ਹੈ ਤੇ ਬਾਜ਼ਾਰ ਵਿੱਚ ਉਹ ਖੋਹ ਲੈਂਦੀ ਹੈ। ਸਾਡੀਆਂ ਬੁਨਿਆਦੀ ਲੋੜਾਂ ਨੰਗ ਨਹੀਂ ਢੱਕ ਸਕਦੀਆਂ। ਚਾਹੀਦਾ ਕੀ ਹੈ? ਦੇਸ਼ ਦੀ ਲੋੜ ਅਨੁਸਾਰ ਪੈਦਾਵਾਰ ਵਧੇ। ਇੱਕ ਲੋੜ ਹੁੰਦੀ ਹੈ, ਇੱਕ ਖੁਆਇਸ਼। ਲੋੜਾਂ ਕਾਮਿਆਂ ਦੀਆਂ ਤੇ ਖੁਆਇਸ਼ਾਂ ਅਮੀਰਾਂ ਦੀਆਂ, ਜਿਹਦੇ ਬਿਨਾਂ ਸਰੇ ਨਾ ਰੋਟੀ, ਕੱਪੜਾ, ਮਕਾਨ, ਜੁੱਤੀ, ਦਵਾ ਆਦਿ ਲੋੜਾਂ ਹੁੰਦੀਆਂ ਹਨ। ਅਯਾਸ਼ੀ, ਫੈਸ਼ਨ ਤੇ ਭਾਂਤ-ਭਾਂਤ ਦੇ ਸਵਾਦ ਆਦਿ ਖੁਆਇਸ਼ਾਂ। ਬੁਨਿਆਦੀ ਲੋੜਾਂ ਦੀ ਪੈਦਾਵਾਰ ਛੱਡ ਕੇ ਖੁਆਇਸ਼ਾਂ ਦੀ ਪੈਦਾਵਾਰ ਮਹਿੰਗਾਈ ਲਿਆਉਂਦੀ ਹੈ। ਪਰ ਕਾਰਖਾਨੇਦਾਰ ਲੋੜ ਦੀਆਂ ਵਸਤਾਂ ਛੱਡ ਕੇ ਬਹੁਤਾ ਮੁਨਾਫਾ ਦੇਣ ਵਾਲੀ ਪੈਦਾਵਾਰ ਨੂੰ ਤਰਜੀਹ ਦਿੰਦਾ ਹੈ। ਜ਼ਾਹਰ ਹੈ ਇਉਂ ਮਹਿੰਗਾਈ ਆਵੇਗੀ ਤੇ ਕਾਮੇ ਦਾ ਲੱਕ ਤੋੜੇਗੀ। ਲੋਕਾਂ ਦੀ ਲੋੜ ਮੁਤਾਬਕ ਤੁਸੀਂ ਪੈਦਾਵਾਰ ਵਧਾ ਨਹੀਂ ਸਕਦੇ ਜਦ ਤੱਕ ਕਾਰਖਾਨੇਦਾਰ ਦਾ ਸਮੁੱਚਾ ਕੰਟਰੋਲ ਤੁਹਾਡੇ ਹੱਥ ਨਹੀਂ ਆ ਜਾਂਦਾ। ਫੈਕਟਰੀ ਦਾ ਸਮੁੱਚਾ ਇੰਤਜ਼ਾਮ ਤੁਹਾਡੇ ਕਾਬੂ ਉਦੋਂ ਆਵੇਗਾ ਜਦੋਂ ਹੁਕੂਮਤ ਤੁਹਾਡੇ ਕਾਮਿਆਂ ਕੋਲ ਆਵੇਗੀ। ਹਕੂਮਤ ਤੁਸੀਂ ਦੇਖ ਹੀ ਲਿਆ ਏ, ਵੋਟਾਂ ਨਾਲ ਤੁਹਾਡੇ ਹੱਥ ਆਉਣੋਂ ਰਹੀ। ਸੋ ਪਿਆਰਿਓ, ਅੱਗੋਂ ਪਿੱਛੋਂ ਜਦੋਂ ਕਦੋਂ ਇਨਕਲਾਬ ਹੀ ਤੁਹਾਡੇ ਸਭ ਬੰਧਨ ਕੱਟ ਸਕਦਾ ਏ। ਨਿਰਾ ਪੂਰਾ ਧੌਣਾ ਸੁੱਟ ਕੇ ਵਗੇ ਜਾਣ ਨਾਲ ਤੁਹਾਡਾ ਕਦੇ ਕਲਿਆਣ ਨਹੀਂ ਹੋਣਾ। ਲੋਕ ਇਨਕਲਾਬ ਜ਼ਿੰਦਾਬਾਦ। ਦੁਨੀਆ ਭਰ ਦੇ ਕਾਮਿਓ ਇੱਕ ਹੋ ਜਾਓ। ਇੰਟਕ ਦੇ ਆਗੂ ਮਦਨ ਗੋਪਾਲ ਨੂੰ ਉਹਦੀ ਪਹਿਲੀ ਸਪੀਚ ਤੋਂ ਹੀ ਖੁੜਕ ਗਈ। ਜੇ ਇਸ ਖੋਖਰੀ ਵਰਗੇ ਤਿੱਖੇ ਮੁੰਡੇ ਨੂੰ ਅੱਡੇ ਨਾ ਲਾਇਆ, ਲੀਡਰੀ ਖੁੱਸ ਜਾਵੇਗੀ। ਇਹਦੀਆਂ ਸਿੱਧੀਆਂ ਸਪਾਟ ਗੱਲਾਂ ਮਜ਼ਦੂਰਾਂ ਨੂੰ ਘਾਟ ਕਰਦੀਆਂ ਹਨ। ਉਸ ਚਰਨਜੀ ਲਾਲ ਨੂੰ ਚਾਹ ਪਾਣੀ ਦੀ ਸੁਲਾਹ ਮਾਰਨੀ ਸ਼ੁਰੂ ਕਰ ਦਿੱਤੀ। ਚਰਨਜੀ ਲਾਲ ਨੇ ਸਾਰੀ ਫੈਕਟਰੀ ਵਿੱਚ ਮਿਲਾਪੜਾ ਸੁਭਾਅ ਰੱਖਿਆ, ਪਰ ਜਦੋਂ ਮਜ਼ਦੂਰ ਜਮਾਤ ਦਾ ਲੋਹਾ ਗਰਮ ਹੁੰਦਾ, ਸੱਟ ਮਾਰਨੋਂ ਕਦੇ ਉਕਾਈ ਨਾ ਕਰਦਾ। ਮਦਨ ਗੋਪਾਲ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੁੰਦਾ ਗਿਆ। ਚਰਨਜੀ ਨੇ ਕੁਝ ਸਿਆਣੇ ਮਜ਼ਦੂਰਾਂ ਨੂੰ ਸਟੱਡੀ ਸਰਕਲ ਨਾਲ ਆਪਣੇ ਹਮਖਿਆਲ ਬਣਾ ਲਿਆ। ਮਾਰਕਸਿਜ਼ਮ ਸਮਝਾਉਂਦੀ ਹੈ ਇਨਕਲਾਬ ਬਿਨਾਂ ਮਜ਼ਦੂਰ ਜਮਾਤ ਦੀ ਗਤੀ ਨਹੀਂ। ਮਾਲਕ ਤੇ ਮਜ਼ਦੂਰ ਵਿਚਕਾਰ ਬੁਨਿਆਦੀ ਵਿਰੋਧ ਹੈ। ਸਮਝੌਤਾ ਹਰ ਤਰ੍ਹਾਂ ਮਾਲਕ ਦੇ ਹਿੱਤ ਪੂਰੇਗਾ ਅਤੇ ਇਸ ਦੇ ਉਲਟ ਇਨਕਲਾਬ ਮਜ਼ਦੂਰਾਂ ਦੀਆਂ ਜੰਜ਼ੀਰਾਂ ਤੋੜੇਗਾ।
ਅਸਾਂ ਆਪਣੇ ਦੂਜੇ ਸਾਥੀ ਕਿਸਾਨਾਂ ਨੂੰ ਵੀ ਸਮਝਾ ਕੇ ਲੋਕ ਇਨਕਲਾਬ ਨਾਲ ਤਿਆਰ ਕਰਨਾ ਹੈ। ਇਨਕਲਾਬ ਮਤੇ ਪਾਸ ਕਰਿਆ ਨਹੀਂ ਆਉਣਾ, ਵੋਟਾਂ ਨਾਲ ਨਹੀਂ ਆਉਣਾ। ਇਨਕਲਾਬ ਹਥਿਆਰ ਦੀ ਤਾਕਤ ਨਾਲ ਲਿਆਂਦਾ ਜਾਣਾ ਹੈ। ਸੋ ਅਸਾਂ ਸਰਮਾਏਦਾਰੀ ਦੇ ਵਿਰੋਧੀਆਂ ਦਾ ਮੁਹਾਜ਼ ਸਾਂਝਾ ਕਰਨਾ ਹੈ, ਪਰ ਆਪਣੀ ਬੰਦੂਕ ਨੂੰ ਧੂਪ ਦੇ ਕੇ ਤਿਆਰ ਰੱਖਣਾ ਹੈ ਤਾਂ ਕਿ ਰਾਜਸੀ ਸੱਤਾ ਕਿਸਾਨ ਮਜ਼ਦੂਰ ਦੇ ਹੱਥ ਆ ਸਕੇ। ਇਨਕਲਾਬ ਬਿਨਾਂ ਸਾਡੀ ਆਰਥਿਕ ਗੁਲਾਮੀ ਦੀਆਂ ਜੰਜ਼ੀਰਾਂ ਨਹੀਂ ਕੱਟੀਆਂ ਜਾ ਸਕਦੀਆਂ। ਇਹ ਲੈਨਿਨ ਤੇ ਮਾਓ ਦਾ ਕੱਢਿਆ ਇਤਿਹਾਸਿਕ ਤੱਤ ਹੈ। ਉਸ ਸਾਥੀਆਂ ਦੀ ਸਹਾਇਤਾ ਨਾਲ RLU ਰੈਵੋਲੂਸ਼ਨਰੀ ਲੇਬਰ ਯੂਨੀਅਨ ਬਣਾ ਲਈ। ਜਦੋਂ ਫੈਕਟਰੀ ਵਿੱਚ ਮੁਕਾਬਲੇ ਦੀ ਯੂਨੀਅਨ ਖੜੀ ਹੋ ਗਈ, ਕਾਗ ਮਦਨ ਗੋਪਾਲ ਨੂੰ ਸੱਤੇ ਕੱਪੜੇ ਅੱਗ ਲੱਗ ਗਈ। ਹੁਣ ਤੱਕ ਉਸ ਫੈਕਟਰੀ ਵਿੱਚ ਮਜ਼ਦੂਰਾਂ ਦੇ ਸਿਰ ਉੱਤੇ ਮੌਜਾਂ ਮਾਣੀਆਂ ਸਨ। ਚਰਨਜੀਤ ਲਾਲ ਦੀ ਤਪ ਸਾਧਨਾ ਨਾਲ ਇੰਦਰ ਨੂੰ ਆਪਣੀ ਸੁਰਗਾਪੁਰੀ ਦਾ ਰਾਜ ਖੁਸ਼ਦਾ ਪ੍ਰਤੀਤ ਹੋਇਆ। ਉਸ ਪਹਿਲੀ ਵਾਰ ਮਾਲਕ ਦੇ ਕੰਨ ਭਰੇ ਅਤੇ ਜ਼ੋਰ ਪਾਇਆ ਕਿ ਚਰਨਜੀਤ ਨੂੰ ਫੈਕਟਰੀ ਵਿੱਚੋਂ ਕੱਢ ਦਿੱਤਾ ਜਾਵੇ। ਇਸ ਇਸ਼ੂ ਉੱਤੇ ਉਸ ਹੜਤਾਲ ਦਾ ਇਸ਼ਾਰਾ ਵੀ ਦੇ ਦਿੱਤਾ, ਪਰ ਚਰਨਜੀਤ ਨੇ ਹਾਲੇ ਤੱਕ ਫੈਕਟਰੀ ਵਿਰੁੱਧ ਕੋਈ ਗਲਤ ਕਦਮ ਪੁੱਟ ਕੇ ਮਾਲਕਾਂ ਨੂੰ ਗੁੱਸੇ ਨਹੀਂ ਕੀਤਾ ਸੀ, ਸਗੋਂ ਉਹ ਵੱਧ ਪੈਦਾਵਾਰ ਕਰਨ ਲਈ ਮਜ਼ਦੂਰਾਂ ਨੂੰ ਪ੍ਰੇਰਦਾ ਸੀ। ਦੋ ਯੂਨੀਅਨਾਂ ਮਾਲਕਾਂ ਦੇ ਹਿੱਤ ਵਿੱਚ ਜਾਂਦੀਆਂ ਸਨ। ਹੜਤਾਲ ਦੇ ਸੰਕਟ ਸਮੇਂ ਕਿਸੇ ਇੱਕ ਨੂੰ ਹੱਥ ਵਿੱਚ ਲੈਣਾ ਸੌਖਾ ਕੰਮ ਸੀ। ਉਹ ਲਾਲਚੀ ਮਦਨ ਗੋਪਾਲ ਤੋਂ ਤੰਗ ਆਏ ਹੋਏ ਸਨ। ਉਹਨਾਂ ਚਰਨਜੀਤ ਲਾਲ ਨੂੰ ਮਦਨ ਗੋਪਾਲ ਦੇ ਬਾਰ-ਬਾਰ ਸ਼ਿਕਾਇਤ ਕਰਨ ਤੇ ਵੀ ਕੁਝ ਨਾ ਆਖਿਆ। ਬਹਾਦਰ ਸਿੰਘ ਲੋਹੇ ਦੀ ਲੱਠ ਵਾਂਗ ਚਰਨਜੀਤ ਦੀ ਪਿੱਠ ਪੂਰਾ ਰਿਹਾ ਸੀ। ਮਦਨ ਗੋਪਾਲ ਨੇ ਮਾਲਕਾਂ ਨੂੰ ਧਮਕੀ ਦਿੱਤੀ ਕਿ ਤੁਸੀਂ ਇੱਕ ਬੋਗਸ ਫਾਰਮ ਦੇ ਨਾਂ ਉੱਤੇ ਪਿਛਲੇ 4 ਸਾਲਾਂ ਤੋਂ ਲੋਹੇ ਦਾ ਕੋਟਾ ਲੈ ਕੇ ਖਾ ਰਹੇ ਹੋ। ਉਹ ਫਰਮ ਕਾਗਜ਼ਾਂ ਵਿੱਚ ਤਾਂ ਹੈ, ਪਰ ਸਾਈਨ ਬੋਰਡ ਬਿਨਾਂ ਉਸ ਦਾ ਵਜੂਦ ਕੋਈ ਨਹੀਂ। ਉਸ ਦਾ ਡਰਾਵਾ ਸੀ ਸ਼ਿਕਾਇਤ ਹੋ ਸਕਦੀ ਹੈ। ਉਹ ਕਿਸੇ ਵੀ ਕੀਮਤ ਉੱਤੇ ਚਰਨਜੀਤ ਨੂੰ ਫੈਕਟਰੀ ਵਿੱਚੋਂ ਕਢਵਾਇਆ ਚਾਹੁੰਦਾ ਸੀ। ਮਾਲਕ ਉਸ ਦੀ ਧਮਕੀ ਉੱਤੇ ਮੁਸਕਾ ਪਏ। ਇਉਂ ਜਾਪਦਾ ਸੀ ਜਿਵੇਂ ਇੰਡਸਟਰੀ ਇੰਸਪੈਕਟਰ ਤੋਂ ਲੈ ਕੇ ਸਰਕਾਰ ਦੇ ਤੋੜ ਘਰ ਤੱਕ ਉਹਨਾਂ ਸਭ ਨੂੰ ਕਾਣੇ ਕੀਤਾ ਹੋਇਆ ਸੀ। ਮਾਲਕਾਂ ਇੰਟਕ ਦੇ ਸਕੱਤਰ ਨੂੰ ਕੁੱਤਾ ਭੌਂਕਦਾ ਸਮਝ ਛੱਡਿਆ। ਜਦੋਂ ਮਦਨ ਗੋਪਾਲ ਦਾ ਕੋਈ ਹੱਥ ਕੰਡਾ ਕਾਮਯਾਬ ਨਾ ਹੋਇਆ, ਉਸ ਕਾਮਰੇਡ ਚਰਨਜੀਤ ਦਾ ਅੱਗਾ ਪਿੱਛਾ ਪੜਤਾਲਣਾ ਸ਼ੁਰੂ ਕਰ ਦਿੱਤਾ। ਆਪਣੇ ਖਾਸ ਹੱਥ ਠੋਕ ਕੇ ਮਜ਼ਦੂਰ ਨੂੰ ਉਹਦੀ ਯੂਨੀਅਨ ਵਿੱਚ ਵਾੜ ਦਿੱਤਾ, ਪਰ ਮਦਨ ਦੇ ਫਿਰ ਵੀ ਕੱਖ ਪੱਲੇ ਨਾ ਪਿਆ। ਕੇਵਲ ਚਰਨਜੀਤ ਲਾਲ ਦਾ ਬਹਾਦਰ ਸਿੰਘ ਦੇ ਘਰ ਆਉਣ ਜਾਣ ਹੀ ਸਾਬਤ ਹੋਇਆ ਸੀ। ਮਦਨ ਨੂੰ ਚੰਗੀ ਤਰ੍ਹਾਂ ਪਤਾ ਸੀ ਬਹਾਦਰ ਸਿੰਘ ਇਨਾਮੀ ਨਕਸਲੀ ਤਾਰੇ ਦਾ ਭਣੋਈਆ ਹੈ। ਉਸ ਇਹ ਤਾਂ ਲੱਖਣ ਲਾ ਲਿਆ ਚਰਨਜੀਤ ਨਕਸਲੀਆਂ ਦਾ ਸੰਬੰਧ ਰੱਖਦਾ ਹੈ, ਪਰ ਕਿੱਥੋਂ ਦਾ ਹੈ ਉਹ ਨਾ ਜਾਣ ਸਕਿਆ। ਚਰਨਜੀਤ ਦੇ ਨਕਸਲੀਆ ਹੋਣ ਵਾਲੀ ਗੱਲ ਗੋਪਾਲ ਦੇ ਸਿਰ ਗਿੱਲੇ ਗੋਹੇ ਵਾਂਗ ਧੁਖਦੇ ਰਹੀ। ਉਸ ਦੇ ਸ਼ੱਕ ਚਰਨਜੀਤ ਲਾਲ ਦੇ ਇੱਕ ਡੈਪੂਟੇਸ਼ਨ ਵਿੱਚ ਸ਼ਾਮਲ ਨਾ ਹੋਣ ਤੇ ਹੋਰ ਵੀ ਵੱਧ ਗਈ। ਪੁਲਿਸ ਵਾਲਿਆਂ ਚੋਰੀ ਦੇ ਸ਼ੱਕ ਵਿੱਚ ਇੱਕ ਭਲਾ ਮਾਨਸ ਮਜ਼ਦੂਰ ਬੇਗੁਨਾਹ ਹੀ ਕੁੱਟ ਕੱਢਿਆ। ਡੈਪੂਟੇਸ਼ਨ SP ਸ਼ਰਮੇ ਕੋਲ ਗਿਆ ਸੀ। ਮਦਨ ਲਈ ਇਹ ਵੀ ਇੱਕ ਸਿਰਦਰਦੀ ਸੀ ਕਿ ਚਰਨਜੀਤ ਨੇ RLU ਖੜੀ ਕਰਕੇ ਉਹਦਾ ਸਕੱਤਰ ਕਿਸੇ ਹੋਰ ਨੂੰ ਕਿਉਂ ਬਣਾ ਦਿੱਤਾ। ਇੱਕ ਥੋੜ੍ਹਿਆ ਮਜ਼ਦੂਰ ਇੰਨਾ ਤਿਆਗੀ ਕਿਵੇਂ ਹੋ ਸਕਦਾ ਹੈ। ਚਰਨਜੀਤ ਦਾ ਮਿਲਵਰਤਣੀ ਰਵੱਈਆ ਹੈਰਾਨ ਕਰਨ ਵਾਲਾ ਸੀ। ਉਸ ਮਨ ਵਿੱਚ ਧਾਰ ਲਈ ਇਸ ਨੂੰ ਹੁਣ ਫੈਕਟਰੀ ਵਿੱਚ ਨਹੀਂ ਰਹਿਣ ਦੇਣਾ। ਜੇ ਇਹ ਪੈਰ ਗੱਡ ਗਿਆ, ਮੈਨੂੰ ਕੱਖੋਂ ਹੌਲਾ ਪਾ ਦੇਵੇਗਾ। ਉਸ ਇੱਕ ਯਾਰ ਥਾਣੇਦਾਰ ਦੇ ਕੰਨ ਵਰੇਲ ਪਾ ਛੱਡੀ। ਤਾਰਾ ਸਿੰਘ ਦਾ ਛੋਟਾ ਮੁੰਡਾ ਅਚਾਨਕ ਨਮੂਨੀਏ ਨਾਲ ਬਿਮਾਰ ਪੈ ਗਿਆ। ਡਾਕਟਰ ਨੇ ਦਵਾਈ ਅਤੇ ਟੀਕੇ ਲਿਖ ਦਿੱਤੇ। ਬਹਾਦਰ ਸਿੰਘ ਘਰ ਨਹੀਂ ਸੀ। ਮੁੰਡਾ ਸਾਹ ਔਖੇ ਲੈ ਰਿਹਾ ਸੀ। ਸੁਰਜੀਤ ਕੌਰ ਨੇ ਚਰਨਜੀਤ ਨੂੰ ਆ ਵਾਸਤਾ ਪਾਇਆ। ਉਹ ਬਾਜ਼ਾਰ ਬਹੁਤ ਘੱਟ ਜਾਂਦਾ ਸੀ, ਪਰ ਬੱਚੇ ਦੀ ਮਾਂ ਦੀ ਹਾਲਤ ਕਿਸੇ ਦੁਬਿਧਾ ਵਿੱਚ ਸੋਚਣ ਦਾ ਸਮਾਂ ਨਹੀਂ ਦੇ ਰਹੀ ਸੀ। ਉਹ ਪਰਚੀ ਲੈ ਕੇ ਪੈਰ ਤੋਂ ਨੱਠ ਪਿਆ। ਐਤਵਾਰ ਹੋਣ ਕਾਰਨ ਨੇੜਿਓਂ ਟੀਕੇ ਮਿਲੇ ਨਾ। ਸਿਆਲ ਦਾ ਆਥਣ ਬਾਂਦਰ ਦੇ ਦਰਖਤ ਤੋਂ ਉਤਰਨ ਵਾਂਗ ਡਿੱਗਦਾ ਜਾ ਰਿਹਾ ਸੀ। ਦਵਾਈ ਲੈ ਕੇ ਹਾਲੇ ਉਹ ਬੱਸ ਅੱਡੇ ਦੇ ਬਰਾਬਰ ਹੀ ਆਇਆ ਸੀ ਜਦੋਂ ਇੱਕ ਥਾਣੇਦਾਰ ਤੇ 4 ਸਿਪਾਹੀਆਂ ਉਸ ਨੂੰ ਘੇਰ ਲਿਆ। ਪਤਾ ਥਾਣੇਦਾਰ ਨੂੰ ਵੀ ਉਹਦੇ ਬਾਰੇ ਕੁਝ ਨਹੀਂ ਸੀ। ਉਸ ਮਦਨ ਗੋਪਾਲ ਦੀ ਚੁਗਲੀ ਤੇ ਪੁੱਛ ਪੜਤਾਲ ਲਈ ਫੜ ਲਿਆ। ਫੜਨ ਵਾਲੇ ਸਿਪਾਹੀਆਂ ਵਿੱਚੋਂ ਸਤਵੰਤ ਨੇ ਚਰਨਜੀਤ ਨੂੰ ਪਛਾਣ ਲਿਆ। ਉਹਨਾਂ ਦੀ ਨਹਿਰ ਵਾਲੀ ਖੋਹ ਪੁਲਿਸ ਦੀ ਬਦਨਾਮੀ ਕਾਰਨ ਅਫਸਰਾਂ ਦਬਾ ਲਈ ਸੀ।
ਕੇਸ ਚਲਾਉਣ ਨਾਲ ਕਈ ਵੱਡੇ ਅਧਿਕਾਰੀ ਵੀ ਫਸਦੇ ਸਨ। ਮਹਿਕਮਾਨਾ ਕਾਰਵਾਈ ਵਿੱਚ ਤਿੰਨਾਂ ਹੀ ਸਿਪਾਹੀਆਂ ਨੂੰ ਵੱਖ-ਵੱਖ ਥਾਣਿਆਂ ਵਿੱਚ ਬਦਲ ਦਿੱਤਾ। ਜਨਾਬ, ਇਹ ਤਾਂ ਵੇਦ ਹੈ। ਬਾਬਾ ਮਿਰਗਿੰਦ ਕੋਲ ਆਉਂਦਾ ਹੁੰਦਾ ਸੀ। ਸਤਵੰਤ ਨੇ ਝੱਟ ਵੇਦ ਦੇ ਘਸੁੰਨ ਠੋਕ ਦਿੱਤਾ। ਪੁਲਿਸ ਦੇ ਕੁੱਟ ਨਾਲ ਹਾਲੇ ਤੱਕ ਉਹਦੇ ਹੱਡ ਦੁਖ ਰਹੇ ਸਨ। ਉਹ ਨੈਣੇ ਹੋਰਾਂ ਦੀ ਮਾਰ ਦਾ ਬਦਲਾ ਵੇਦ ਤੋਂ ਲੈਣਾ ਚਾਹੁੰਦਾ ਸੀ। ਬਿੱਲੀ ਦੇ ਭਾਗੀ ਛਿੱਕਾ ਟੁੱਟਾ। ਥਾਣੇਦਾਰ ਨੂੰ ਹੋਰ ਕੀ ਚਾਹੀਦਾ ਸੀ? ਵੇਦ ਲੱਖਾ ਸਿੰਘ ਦੇ ਕਤਲ ਅਤੇ ਹੋਰ ਕਈ ਕੇਸਾਂ ਵਿੱਚ 5000 ਭਗੌੜਾ ਕਰਾਰ ਦਿੱਤਾ ਜਾ ਚੁੱਕਾ ਸੀ। ਵੇਦ ਨੇ ਵੀ ਜਾਣ ਲਿਆ, ਹੁਣ ਮੈਂ ਆਪੇ ਨੂੰ ਕਿਵੇਂ ਵੀ ਲੁਕਾ ਨਹੀਂ ਸਕਦਾ। ਮੈਂ ਤੁਹਾਡੇ ਕਾਬੂ ਵਿੱਚ ਹਾਂ, ਪਰ ਮਿਹਰਬਾਨੀ ਕਰਕੇ ਇੱਕ ਬੱਚਾ ਮਰ ਰਿਹਾ ਹੈ। ਆਹ ਦਵਾਈ ਮੇਰੇ ਨਾਲ ਘਰ ਪੁੱਜਦੀ ਕਰ ਦਿਓ। ਉਸ ਥਾਣੇਦਾਰ ਨੂੰ ਬੇਨਤੀ ਕੀਤੀ। ਸਾਲਾ ਦਵਾਈ ਦਾ ਨੱਠਣ ਨੂੰ ਫਿਰਦਾ ਏ। ਥਾਣੇਦਾਰ ਨੇ ਬੈਂਤ ਉਹਦੇ ਅੱਗੇ ਵਧੇ ਹੱਥ ਉੱਤੇ ਖਿੱਚ ਮਾਰੀ। ਦਵਾਈ ਵਾਲੀ ਸ਼ੀਸ਼ੇ ਡਿੱਗ ਕੇ ਟੁੱਟ ਗਈ। ਵੇਦ ਨੇ ਇੱਕਦਮ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਨਕਸਲਵਾੜੀ ਜਿੰਦਾਬਾਦ, ਇਨਕਲਾਬ ਜਿੰਦਾਬਾਦ, ਮੇਰੇ ਦੇਸ਼ ਦੇ ਮਹਾਨ ਕਾਮੇ ਲੋਕ ਜਿੰਦਾਬਾਦ। ਉਹਦੇ ਜ਼ੋਰ-ਜ਼ੋਰ ਦੀ ਲਾਏ ਨਾਅਰੇ ਸੁਣ ਕੇ ਬੱਸਾਂ ਦੇ ਅੱਡੇ ਨੂੰ ਜਾਂਦੇ ਤੇ ਆਉਂਦੇ ਲੋਕ ਪਿੱਪਲ ਹੇਠਾਂ ਇਕੱਠੇ ਹੋ ਗਏ। ਥਾਣੇਦਾਰ ਉਸ ਨੂੰ ਮਾਰ ਕੇ ਚੁੱਪ ਕਰਾਇਆ ਚਾਹੁੰਦਾ ਸੀ, ਪਰ ਵੇਦ ਦਾ ਜੋਸ਼ ਉਬਾਲੇ ਖਾਈ ਜਾ ਰਿਹਾ ਸੀ। ਉਸ ਲੈਕਚਰ ਦੇਣਾ ਸ਼ੁਰੂ ਕਰ ਦਿੱਤਾ। ਕੰਮ ਕਰਨ ਵਾਲੇ ਇਮਾਨਦਾਰ ਲੋਕੋ ਸੁਣੋ, ਮੈਂ ਨਕਸਲਵਾੜੀਆ ਵੇਦ ਹਾਂ, ਜਿਹਦੇ ਸਿਰ ਦਾ ਮੁੱਲ 5000 ਰੁਪਏ ਸਰਮਾਏਦਾਰਾਂ ਦੀ ਸਰਕਾਰ ਨੇ ਰੱਖਿਆ ਹੈ। ਮੈਂ ਤੁਹਾਡੇ ਸਾਹਮਣੇ ਸਾਬਤ ਸਬੂਤ ਫੜਿਆ ਖਲੋਤਾ। ਮੇਰੇ ਕੋਲ ਦਵਾਈ ਤੋਂ ਬਿਨਾਂ ਕੁਝ ਹੋਰ ਨਹੀਂ। ਕੱਲ ਪਰਸੋਂ ਦੀਆਂ ਅਖਬਾਰਾਂ ਵਿੱਚ ਤੁਸੀਂ ਪੜ੍ਹੋਗੇ, ਮਸ਼ਹੂਰ ਨਕਸਲਵਾੜੀਆ ਵੇਦ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ। ਇਹਨਾਂ ਬੁੱਚੜਾ ਮੈਨੂੰ ਮਾਰ ਦੇਣਾ ਹੈ, ਕੋਈ ਮੁਕੱਦਮਾ ਨਹੀਂ ਚਲਾਉਣਾ। ਥਾਣੇਦਾਰ ਨੇ ਉਸ ਦਾ ਮੂੰਹ ਬੰਦ ਕਰਨਾ ਚਾਹਿਆ, ਪਰ ਉਹ ਬੋਲੀ ਗਿਆ। ਇਹਨਾਂ ਬੁੱਚੜਾ ਪਹਿਲਾਂ ਵੀ ਤੁਹਾਡੇ ਬੱਚਿਆਂ ਨੂੰ ਕੋਹ ਕੇ ਮਾਰਿਆ ਹੈ। ਸਾਡਾ ਕਸੂਰ ਇੰਨਾ ਹੀ ਹੈ, ਅਸੀਂ ਸਰਮਾਏਦਾਰਾਂ ਦਾ ਰਾਜ ਉਲਟਣਾ ਚਾਹੁੰਦੇ ਹਾਂ, ਲੋਕਾਂ ਲਈ ਇਨਕਲਾਬ ਕਰਨਾ ਚਾਹੁੰਦੇ ਹਾਂ। ਥਾਣੇਦਾਰ ਨੇ ਸਾੜ ਬੈਂਤ ਵਰਾਉਣੀ ਸ਼ੁਰੂ ਕਰ ਦਿੱਤੀ। ਸਾਈਕਲ ਰੋਕੀ ਖਲੋਤੇ ਇੱਕ ਸਟੂਡੈਂਟ ਨੇ ਜੇਰੇ ਨਾਲ ਤੁੜਕ ਕੇ ਆਖਿਆ, ਥਾਣੇਦਾਰ ਸਾਹਿਬ, ਤੁਸੀਂ ਪਏ ਦੇ ਪਸ਼ੂਆਂ ਵਾਂਗ ਤੇ ਕਿਉਂ ਮਰੀ ਜਾ ਰਹੇ ਹੋ? ਤੈਨੂੰ ਬਹੁਤੀ ਹਮਦਰਦੀ ਹੈ? ਹਫੇ ਥਾਣੇਦਾਰ ਨੇ ਵਿਦਿਆਰਥੀ ਨੂੰ ਅੱਖਾਂ ਵਿਖਾਈਆਂ। ਪਤਾ ਹੈ ਕਿੰਨਾ ਖਤਰਨਾਕ ਹੈ? ਕਿੰਨੇ ਖੂਨ ਕੀਤੇ ਆ? ਖੂਨ ਕੀਤੇ ਆ ਤਾਂ ਆਪੇ ਸਜ਼ਾ ਪਾਵੇਗਾ। ਤੈਨੂੰ ਮਾਰਨ ਦਾ ਅਧਿਕਾਰ ਕਿਹਨੇ ਦਿੱਤਾ ਹੈ? ਤੇਰੇ ਪਿਓ ਨੇ। ਜਿਸ ਦਿਨ ਤੁਹਾਡਾ ਕੋਈ ਨਕਸਲਵਾੜੀਆ ਮਾਰਿਆ, ਉਦਣ ਪਤਾ ਲੱਗੂ। ਹਮਦਰਦੀ ਦੇਣ ਵਾਲੇ ਪਸੀਜ ਕੇ ਰਹਿ ਗਏ। ਟੈਲੀਫੋਨ ਕਰਨ ਗਿਆ ਸਿਪਾਹੀ ਵਾਪਸ ਆ ਗਿਆ। ਹੋਰ ਥੋੜੇ ਮਿੰਟਾਂ ਪਿੱਛੋਂ ਜੀਪ ਵੀ ਆ ਪਹੁੰਚੀ। ਉਹਨਾਂ ਵੇਦ ਨੂੰ ਦੁਪੱਟਿਆਂ ਨਾਲ ਨਰੜ ਕੇ ਜੀਪ ਵਿੱਚ ਸੁੱਟ ਪਾਇਆ। ਵਿੱਚ ਰੋ ਭਰੇ ਲੋਕ ਆਪਾ ਘੁੱਟ ਕੇ ਰਹਿ ਗਏ। ਪੁਲਿਸ ਦਹਿਸ਼ਤ ਦੇ ਬਾਵਜੂਦ ਉਹ ਕੁਝ ਕਰਨਾ ਚਾਹੁੰਦੇ ਸਨ, ਪਰ ਕਰਨਾ ਉਹਨਾਂ ਨੂੰ ਸੁੱਝ ਨਹੀਂ ਰਿਹਾ ਸੀ। ਜੀਪ ਫਰਾਟੇ ਪਰ ਦੇ ਸਿਟੀ ਥਾਣੇ ਨਾਲ ਆ ਰੁਕੀ। ਰਾਜਧਾਨੀ ਦੇ ਹੈੱਡ ਆਫਿਸ ਤੱਕ ਫੋਨ ਖੜ ਗਏ। SP ਸ਼ਰਮਾ ਆਪਣੇ ਕੁੜਮ ਸੰਬੰਧੀ ਨਾਲ ਗੱਲ ਕਰ ਰਿਹਾ ਸੀ। ਹੈਲੋ ਜਨਾਬ, ਮੈਂ ਰਘੁਨੰਦਨ ਬੋਲ ਰਿਹਾ। ਨਮਸਤੇ ਜਨਾਬ, ਇੱਕ ਹੋਰ ਸ਼ਿਕਾਰ ਸਰਦਾਰ ਲੱਖਾ ਸਿੰਘ MLA ਦਾ ਕਾਤਲ ਵੇਦ ਗ੍ਰਿਫਤਾਰ ਕਰ ਲਿਆ ਹੈ। ਜਿਵੇਂ ਹੁਕਮ ਹੋਵੇ। DSP ਬਰਾੜ ਨੂੰ ਕਿਉਂ ਬੁਲਾਈਏ? ਜੀ, ਉਹਦਾ ਮੁੰਡਾ ਤਾਂ ਬਦਮਾਸ਼ ਸੀ। ਉਹ ਤਾਂ ਠੀਕ ਹੈ, ਕਤਲ ਨੈਕਸਲਾਈਟਾਂ ਨੇ ਕੀਤਾ ਸੀ। ਮੈਂ ਤਾਂ ਜਨਾਬ ਚਾਹੁੰਦਾ ਗੱਲ ਨੂੰ ਫੈਲਾਇਆ ਨਾ ਜਾਵੇ। ਤੁਹਾਡੇ ਹੁੰਦਿਆਂ ਮੈਂ ਫਿਕਰ ਕਰਾਂਗਾ। ਅੱਛਾ, ਕੁਲਵੀਰ ਨੂੰ ਵੀ ਸੱਦ ਲੈਂਦੇ ਹਾਂ। ਠੀਕ, ਤੁਹਾਡੀਆਂ ਹਦਾਇਤਾਂ ਮੁਤਾਬਕ। ਜੈ ਹਿੰਦ। SP ਸ਼ਰਮੇ ਨੇ ਵੇਦ ਦਾ ਕੇਸ ਆਪਣੇ ਹੱਥ ਲੈ ਲਿਆ। ਉਹ ਦੁਆਬਿਓਂ ਬਦਲ ਕੇ ਸਨਅਤੀ ਸ਼ਹਿਰ ਆ ਲੱਗਾ ਸੀ। ਉਹਦੇ DIG ਹੋਣ ਦੀ ਅਫਵਾਹ ਪੁਲਿਸ ਸਰਕਲ ਵਿੱਚ ਗਸ਼ਤ ਲਾ ਰਹੀ ਸੀ। ਅਗਲੇ ਸਵੇਰ DSP ਬਰਾੜ ਨੂੰ ਫੋਨ ਕਰ ਦਿੱਤਾ। ਕੁਲਵੀਰ ਨੂੰ ਲੈਣ ਵਾਸਤੇ ਸਿਪਾਹੀ ਪਿੰਡ ਪਹੁੰਚ ਗਿਆ। ਜਦੋਂ ਕੁਲਵੀਰ ਨੇ ਕਾਤਲ ਨੂੰ ਫੜਿਆ ਸੁਣਿਆ, ਉਹ ਥਾਂੋਂ ਛਾਲ ਮਾਰ ਉੱਠਿਆ। ਉਸ ਬੌਣੇ ਹਜ਼ਾਰੀ ਨੂੰ ਮੋਟਰਸਾਈਕਲ ਪਿੱਛੇ ਬਹਾਇਆ ਅਤੇ ਵੇਦ ਸਾਹਮਣੇ ਆ ਕੇ ਫੁੰਕਾਰੇ ਮਾਰਨ ਲੱਗਾ। ਉਸ ਨੂੰ ਦੇਖਦਿਆਂ ਕੁਲਵੀਰ ਨੇ ਗੰਦੀਆਂ ਗਾਲਾਂ ਦੀ ਬੂ ਵਰਾ ਦਿੱਤੀ। ਇਸੇ ਸਰਦਾਰ ਨੂੰ ਅਰਜੀ ਫੜਾ ਕੇ ਗੋਲੀ ਮਾਰੀ ਸੀ। ਹੁਣ ਪਤਾ ਲੱਗੂ ਮੇਰੀ ਬੰਦੂਕ ਹੋਈ ਦਾ। ਹਜ਼ਾਰੀ ਹਵਾਲਾਤ ਤੋਂ ਬਾਹਰ ਖਲੋਤਾ ਟੱਪੀ ਜਾ ਰਿਹਾ ਸੀ। ਵੇਦ ਨੇ ਦੋਹਾਂ ਨੂੰ ਤਿਉੜੀਆਂ ਪਾ ਕੇ ਵੇਖਿਆ।
ਅਤੇ ਉਹਨਾਂ ਦੀ ਜ਼ੁਬਾਨ ਵਿੱਚ ਮੂੰਹ ਗੰਦਾ ਕਰਨਾ ਠੀਕ ਨਾ ਸਮਝਿਆ। ਸਾਲਾ ਮੇਰਾ ਹੁਣ ਮੂੰਹ ਕਰਦਾ ਏ ਜਿਵੇਂ ਗਧੇ ਤੇ ਲੱਦਾ ਰੱਖਿਆ ਹੁੰਦਾ ਏ। ਕੁਲਵੀਰ ਨੇ ਥਾਣੇਦਾਰ ਵੱਲ ਮੂੰਹ ਪਵਾਇਆ। ਮੈਨੂੰ ਦੇ ਦਿਓ ਸਾਲੇ ਮੇਰੇ ਨੂੰ, ਸੀਰਮੇ ਪੀਵਾਂ ਪੁੱਤ ਦੇ। ਕੁਲਵੀਰ ਨੂੰ ਥਾਣੇਦਾਰ ਨੇ ਹੱਥ ਦੇ ਇਸ਼ਾਰੇ ਨਾਲ ਆਪਣੇ ਕੋਲ ਸੱਦ ਲਿਆ। ਸਰਦਾਰ ਕੁਲਵੀਰ ਸਿੰਘ ਸਾਹਿਬ ਦਾ ਇੰਨਾ ਹੀ ਹੁਕਮ ਸੀ, ਤੁਹਾਡਾ ਕਾਤਲ ਵਿਖਾ ਦੇਈਏ। ਅਗਾਂਹ ਮੈਨੂੰ ਵੀ ਨਹੀਂ ਪਤਾ ਕੀ ਕਰਨਾ ਏ, ਕਿੱਥੇ ਭੇਜਣਾ ਏ। ਸਰਦਾਰ ਬੌਣੇ ਹਜ਼ਾਰੀ ਨਾਲ ਹੱਥਾਂ ਉੱਤੇ ਦੰਦੀਆਂ ਵੱਢਦਾ ਥਾਣੇਦਾਰਾਂ ਨੂੰ ਵੇਖਦਾ ਥਾਣਿਓਂ ਚਲਿਆ ਗਿਆ। ਸ਼ਾਮੀ ਡੀਐਸਪੀ ਬਰਾੜ ਨੇ ਐਸਪੀ ਰਘੁਨੰਦਨ ਨਾਲ ਮੁਲਾਕਾਤ ਕੀਤੀ। ਉਹ ਚਾਹ ਪੀਂਦੇ ਗੱਲਾਂ ਕਰਦੇ ਕਿੰਨਾ ਹੀ ਚਿਰ ਵਿਉਂਤਾ ਬਣਾਉਂਦੇ ਰਹੇ। ਸ਼ਰਮੇ ਨੇ ਵੇਦ ਨੂੰ ਨਵੇਕਲਿਆਂ ਬੁਲਾ ਕੇ ਹਮਦਰਦੀ ਨਾਲ ਆਖਿਆ, ਤੈਨੂੰ ਪਤਾ ਏ ਤੇਰੇ ਦੂਜੇ ਨੈਕਸਲਾਈਟ ਸਾਥੀਆਂ ਦਾ ਕੀ ਹਸ਼ਰ ਹੋਇਆ ਏ? ਹਾਂ, ਚੰਗੀ ਤਰ੍ਹਾਂ, ਵੇਦ ਨੇ ਦ੍ਰਿੜਤਾ ਤੇ ਸਾਬਤ ਕਦਮੀ ਨਾਲ ਉੱਤਰ ਦਿੱਤਾ। ਕੋਈ ਜਨੂੰਨ ਉਹਦੇ ਸਿਰ ਵਿੱਚ ਖੋਲ ਰਿਹਾ ਸੀ। ਹਿੰਦੂ ਮੁੰਡਾ ਹੋਣ ਕਾਰਨ ਤੇਰੇ ਉੱਤੇ ਤਰਸ ਹੋ ਸਕਦਾ ਹੈ। ਤਰਸ ਦੇਣਾ ਤੇ ਲੈਣਾ ਸਾਡੀ ਲਾਲ ਕਿਤਾਬ ਵਿੱਚ ਕਿਤੇ ਨਹੀਂ ਲਿਖਿਆ। ਤੇਰੀ ਲਾਲ ਕਿਤਾਬ ਵਾਲਾ ਮਾਓ ਭਾਰਤ ਦਾ ਦੁਸ਼ਮਣ ਤੇ ਪਾਕਿਸਤਾਨ ਦਾ ਦੋਸਤ ਹੈ, ਪਤਾ ਹੈ? ਉਹਦੇ ਕਾਰਨ ਸਾਨੂੰ ਪਾਕਿਸਤਾਨ ਨਾਲ ਕਿੰਨੀਆਂ ਜੰਗਾਂ ਲੜਨੀਆਂ ਪਈਆਂ। ਐਸਪੀ ਨੇ ਮੁੰਡੇ ਨੂੰ ਹੱਥਾਂ ਵਿੱਚ ਲੈਣ ਲਈ ਪਲੱਥਾ ਮਾਰਿਆ। ਮਾਓ ਸਰਮਾਏਦਾਰਾਂ ਦਾ ਦੁਸ਼ਮਣ ਤੇ ਕਾਮਿਆਂ ਕਿਸਾਨਾਂ ਦਾ ਦੋਸਤ ਹੈ। ਭਾਰਤ ਪਾਕਿਸਤਾਨ ਆਪਣੀ ਥਾਂ ਹਨ। ਸਰਮਾਏਦਾਰੀ ਦੇ ਏਜੰਟਾਂ ਆਪਣੀਆਂ ਗੱਦੀਆਂ ਬਚਾਉਣ ਲਈ ਲੋਕਾਂ ਸਿਰ ਜੰਗਾਂ ਮੜੀਆਂ ਅਗਾਂਹ ਨੂੰ ਵੀ ਲੜ ਸਕਦੇ ਹਨ, ਕਿਉਂਕਿ ਸਰਮਾਏਦਾਰੀ ਦੇ ਖੁੱਲ੍ਹੇ ਲੁੱਟ ਵਿੱਚ ਆਰਥਿਕ ਮਸਲੇ ਹੱਲ ਨਹੀਂ ਹੋਣੇ। ਵੇਦ ਕੋਲ ਨਾ ਝਿਜਕ ਸੀ ਤੇ ਨਾ ਹੀ ਡਰ। ਉਹ ਸਾਹਿਬ ਦੇ ਹਰ ਸਵਾਲ ਦਾ ਰਿੜਕ ਰਿੜਕ ਉੱਤਰ ਮੋੜਿਆ। ਤੇ ਜਿਹੜਾ ਬੰਗਲਾਦੇਸ਼ ਆਜ਼ਾਦ ਕਰਵਾਇਆ ਹੈ, ਇਸ ਤਾਰੀਖੀ ਸੱਚਾਈ ਨੂੰ ਕਿੱਥੇ ਲੁਕਾਉਂਗੇ? ਸਾਹਿਬ ਨੇ ਬੰਬ ਦੇ ਧਮਾਕੇ ਵਰਗਾ ਠੋਸ ਸਬੂਤ ਅੱਗੇ ਲੈ ਆਂਦਾ। ਮੁੰਡਾ ਪੂਰਾ ਕੁ ਮੁਸਕਾ ਪਿਆ। ਸਰਮਾਏਦਾਰੀ ਆਪਣੇ ਹੀ ਵਿਰੋਧ ਕਾਰਨ ਦੋ ਥਾਵਾਂ ਵਿੱਚ ਵੰਡੀ ਗਈ ਹੈ। ਬੰਗਲਾ ਦਾ ਮਾਤਾ ਦੇਨ ਕਿਸਾਨ ਅਤੇ ਪਾਕਿਸਤਾਨ ਦਾ ਫਜ਼ਲੂ ਮਜ਼ਦੂਰ ਅੱਜ ਵੀ ਉੱਥੇ ਹੀ ਖਲੋਤੇ हैं ਜਿੱਥੇ ਪਹਿਲੋਂ ਸਨ। ਵੇਦ ਨੇ ਮੂੰਹ ਮੀਚ ਕੇ ਅਫਸਰਾਂ ਵਾਂਗ ਸਿਰ ਹਿਲਾਇਆ। ਜੇ ਤੁਹਾਡੇ ਨਾਲੋਂ ਵੱਡੀ ਤਾਕਤ ਕਸ਼ਮੀਰ ਤੇ ਨਾਗਾਲੈਂਡ ਨੂੰ ਆਜ਼ਾਦ ਕਰਵਾ ਦੇਵੇ, ਉਹਨਾਂ ਦੀ ਆਜ਼ਾਦੀ ਬਾਰੇ ਕੀ ਕਹੋਗੇ? ਤੁਹਾਨੂੰ ਅਜਿਹੀਆਂ ਪੁੱਠੀਆਂ ਚਾਬੀਆਂ ਲੱਗੀਆਂ ਏ ਕਿ ਸਿੱਧਾ ਝਾਕਦੇ ਝਾਕਦੇ ਟੀਰ ਮਾਰਨ ਲੱਗ ਪੈਂਦੇ ਹੋ। ਐਸਪੀ ਮੋਰਚਾ ਛੱਡ ਖਲੋਤਾ। ਐਸਪੀ ਸਾਹਿਬ, ਆਪਣਾ ਟੀਰ ਕਿਸੇ ਨੂੰ ਨਹੀਂ ਦਿਸਦਾ, ਖਾਸ ਤੌਰ ਤੇ ਹਕੂਮਤ ਪਾਰਟੀ ਨੂੰ। ਲੋਕ ਨਿਰਣਾ ਕਰ ਲੈਣਗੇ, ਤਾਰੀਖ ਖੁਦ ਫਤਵੇ ਲਿਖੇਗੀ। ਪਰ ਇੱਕ ਸੱਚ ਮੈਂ ਤੁਹਾਨੂੰ ਕਹਿ ਦਿੰਦਾ, ਤੁਹਾਡਾ ਟੀਰ ਆਪਰੇਸ਼ਨ ਬਿਨਾਂ ਨਹੀਂ ਨਿਕਲਣਾ। ਵੇਦ ਦੇ ਮਨੋਂ ਸਾਰੇ ਪੈ ਨਿਕਲ ਚੁੱਕੇ ਸਨ। ਉਸ ਨੂੰ ਪਤਾ ਸੀ ਮੇਰੇ ਨਾਲ ਕੀ ਵਾਪਰਨੀ ਹੈ, ਪਰ ਉਸ ਇੱਕ ਮਰਦ ਆਸ਼ਕ ਵਾਂਗ ਖਿੜੇ ਮੱਥੇ ਚੱਲਣ ਦਾ ਮਨ ਬਣਾਉਂਦਿਆਂ ਅੰਦਰਲਾ ਗੁਬਾਰ ਕੱਢਿਆ। ਹਿੰਦੂ ਹੋਣ ਦੇ ਨਾਤੇ ਤੈਨੂੰ ਮਾਫ ਕੀਤਾ ਜਾ ਸਕਦਾ ਹੈ, ਇੱਕ ਸ਼ਰਤ ਹੈ, ਪੇਤੂ ਵਾਲੀ। ਰਘੁਨੰਦਨ ਨੇ ਮਨ ਦੀ ਗੱਲ ਮੁੰਡੇ ਅੱਗੇ ਰੱਖ ਦਿੱਤੀ। ਉਹ ਇੱਕ ਸੂਝਵਾਨ ਇਨਕਲਾਬੀ ਤੋਂ ਨਿਰਉੱਤਰ ਹੋਇਆ ਅੱਕੀ ਪਲਾਹੀ ਹੱਥ ਮਾਰ ਰਿਹਾ ਸੀ। ਪੱਜਲ ਹਿੰਦੂ ਹੋਣ ਨਾਲ ਮਰਦ ਮਨੁੱਖ ਹੋ ਕੇ ਮਰਨ ਨੂੰ ਤਰਜੀਹ ਦੇਵਾਂਗਾ। ਮੇਰੇ ਅੱਗੇ ਕੋਈ ਲਾਲਚ, ਕੋਈ ਸ਼ਰਤ ਲਿਆਉਣ ਦੀ ਲੋੜ ਨਹੀਂ। ਮੇਰੀ ਗੋਲੀ ਮੈਨੂੰ ਬਖਸ਼ ਦਿਓ। ਜਾਪਦਾ ਸੀ ਜਿਵੇਂ ਉਹ ਕੁਝ ਪੀ ਕੇ ਸਰੂਰ ਵਿੱਚ ਆ ਗਿਆ। ਤੇਰੀ ਮਰਜ਼ੀ, ਮੈਨੂੰ ਅਫਸੋਸ ਹੈ ਤੇ ਕੋਈ ਦੋਸ਼ ਮੈਨੂੰ ਨਾ ਦੇਈ, ਐਸਪੀ ਨੇ ਹਾਰੇ ਮਨ ਨਾਲ ਆਖਿਆ। ਮੈਨੂੰ ਖੁਸ਼ੀ ਹੈ, ਤਸੀਹਿਆਂ ਦੀ ਲਾਟ ਬਿਨਾਂ ਚਾਨਣ ਨਹੀਂ ਹੁੰਦਾ, ਤੇ ਇਹ ਚਾਨਣ ਸਾਡੇ ਮੁਨਾਖੇ ਲੋਕਾਂ ਨੂੰ ਚਾਹੀਦਾ ਹੈ। ਐਸਪੀ ਨੇ ਸੋਚਿਆ, ਆਕੜੀ ਗਰਦਨ, ਜੋੜੇ ਮੋਢੇ ਤੇ ਵੱਡੇ ਸਿਰ ਵਾਲਾ ਬੇਟਵਾ ਮਨੁੱਖ ਇੰਨਾ ਸਾਹਸ ਕਿਵੇਂ ਇਕੱਤਰ ਕਰ ਸਕਦਾ ਹੈ? ਪਹਾੜ ਵਰਗੀ ਹਕੂਮਤ ਨਾਲ ਮੱਥਾ ਲਾ ਕਿਵੇਂ ਅੜ ਕੇ ਖਲੋ ਸਕਦਾ ਹੈ? ਉਹਦਾ ਹੱਥ ਟੱਲੀ ਨੂੰ ਆ ਵੱਜਾ। ਉਡੀਕ ਵਿੱਚ ਖਲੋਤਾ ਸਿਪਾਹੀ ਝੱਟ ਮਾਸਟਰ ਵੇਦ ਨੂੰ ਲੈ ਕੇ ਬਾਹਰ ਨਿਕਲ ਗਿਆ। ਅਸਲ ਵਿੱਚ ਉਹ ਵੇਦ ਨੂੰ ਛੱਡ ਕੇ ਇੱਕ ਪੁੰਨ ਖੱਟਣਾ ਚਾਹੁੰਦਾ ਸੀ। ਪਹਿਲੋਂ ਮਾਰੇ ਨੈਕਸਲਾਈਟ ਮੁੰਡੇ ਰਾਤ ਨੂੰ ਤੋਕੇ ਲੈ ਕੇ ਉਹਦੇ ਪਲੰਘ ਉੱਤੇ ਆ ਚੜ੍ਹਦੇ ਸਨ। ਨਸ਼ੇ ਵਾਲੀਆਂ ਗੋਲੀਆਂ ਉਸ ਨੂੰ ਨੀਂਦ ਤੋਂ ਜਵਾਬ ਦੇ ਰਹੀਆਂ ਸਨ। ਪਾਲਕੂ ਅੱਖ ਝਪਕਦਿਆਂ ਹੀ ਉਹ ਬਰੜਾ ਪੈਂਦਾ, ਕਿਉਂਕਿ ਰਘੁਨੰਦਨ ਜਨਮਾਂ ਕਰਮਾਂ ਅਤੇ ਪੁੰਨਾ ਪਾਪਾਂ ਦੇ ਸੰਸਕਾਰਾਂ ਵਿੱਚ ਪਲ ਕੇ ਜਵਾਨ ਹੋਇਆ ਸੀ। ਇਸ ਲਈ ਨੌਜਵਾਨ ਦੇ ਕਤਲ ਉਸ ਦੇ ਸਿਰ ਵਿੱਚ ਭੂਤ ਬਣ ਕੇ ਚੜ੍ਹ ਗਏ। ਉਸ ਦਾ ਮਨ ਸ਼ਾਦੀ ਭਰਦਾ ਸੀ। ਇਹ ਗਲਤ ਹੈ, ਗੁਨਾਹ ਹੈ, ਪਰ ਉਹ ਚਲਦੇ
ਖਰਾਸ ਦਾ ਪੁੜ ਹੋ ਕੇ ਦਾਣੇ ਪੀਣ ਲਈ ਮਜਬੂਰ ਸੀ। ਵੇਦ ਦੇ ਜਾਣ ਪਿੱਛੋਂ ਡੀਐਸਪੀ ਬਰਾੜ ਸਾਹਿਬ ਕੋਲ ਆ ਗਿਆ। ਜਦੋਂ ਦਾ ਉਸ ਦਾ ਮੁੰਡਾ ਨੈਕਸਲਾਈਟਾਂ ਮਾਰਿਆ ਸੀ, ਉਹਦੀ ਹਾਲਤ ਪਾਗਲਾਂ ਵਰਗੀ ਹੋ ਗਈ ਸੀ। ਵੇਦ ਨੂੰ ਦੇਖਦੇ ਸਾਰ ਉਹਦੇ ਅੰਦਰ ਬਦਲੇ ਦੀ ਅੱਗ ਭਾਂਬੜ ਬਣ ਖਲੋਤੀ। ਜੀ ਕਰਦਾ ਏ ਇਹਨੂੰ ਕੁੱਤੀ ਦੇ ਪੁੱਤ ਨੂੰ ਸਾਰੀ ਉਮਰ ਫਾਹੇ ਲਈ ਰੱਖਾਂ। ਸਭ ਨੈਕਸਲਾਈਟ ਸੂਰੀ ਦੇ ਬੱਚੇ ਇੱਕੋ ਤਰ੍ਹਾਂ ਦੇ ਹਨ। ਜਿਸ ਸਿਟੀ ਠਾਣੇ ਵੇਦ ਕੜੱਕੇ ਵਿੱਚ ਨਰੜਿਆ ਹੋਇਆ ਸੀ, ਉਹ ਲੋਕਾਂ ਦੇ ਠਾਠਾ ਮਾਰਦੇ ਬਾਜ਼ਾਰ ਦੇ ਐਨ ਵਿਚਕਾਰ ਸੀ। ਲੋਕ ਆਪਣੀ ਲੋੜ ਅਤੇ ਐਸ਼ ਦੀਆਂ ਚੀਜ਼ਾਂ ਧੜਾ-ਧੜ ਖਰੀਦ ਰਹੇ ਸਨ। ਕਿਸੇ ਨੂੰ ਨਹੀਂ ਸੀ ਪਤਾ ਉਹਨਾਂ ਦੀ ਖਾਤਰ ਇਸ ਰੌਣਕੀਲੇ ਬਾਜ਼ਾਰ ਵੇਦ ਨਾਂ ਦਾ ਮਾਸਟਰ ਕੜੱਕੇ ਚੜਿਆ ਹਲਾਲ ਹੋ ਰਿਹਾ ਹੈ। ਰੋਹ ਵਿੱਚ ਆਏ ਬਰਾੜ ਦੀਆਂ ਬਿੱਛੂ ਮੁੱਛਾਂ ਨੇ ਆਪਣੇ ਸਾਰੇ ਵਲ ਖੋਲ ਲਏ। ਮੱਥਾ ਰੱਕੜ ਕੁਐਂ ਦੇ ਸਿਆੜਾਂ ਵਿੱਚ ਬਦਲ ਗਿਆ। ਉਸ ਰਘੁਨੰਦਨ ਤੋਂ ਆਗਿਆ ਚਾਹੀ। ਸਾਹਿਬ ਬਹਾਦਰ, ਇਹਨਾਂ ਮੇਰਾ ਜਿਗਰ ਦਾ ਟੋਟਾ ਮਾਰਿਆ ਏ। ਮੇਰੇ ਅੰਦਰ ਲਾਟਾਂ ਮੱਚ ਰਹੀਆਂ ਹਨ। ਇਹਨੂੰ ਮੇਰੇ ਹਵਾਲੇ ਕਰ ਦਿਓ, ਜਿਵੇਂ ਮਰਜ਼ੀ ਧੰਦਾ ਭੁਗਤਾਵਾਂ। ਐਸਪੀ ਹਿੰਦੂ ਮੁੰਡਾ ਹੋਣ ਕਾਰਨ ਰਿਤਣਾ ਚਾਹੁੰਦਾ ਸੀ, ਪਰ ਉਹ ਨਾ ਵੀ ਨਾ ਆਖ ਸਕਿਆ। ਠੀਕ ਹੈ, ਰਾਤੀਂ ਤੁਸੀਂ ਨਾਲ ਚਲੇ ਜਾਣਾ। ਉਹਦਾ ਕੰਬਣੀ ਵਿੱਚ ਆਇਆ ਮਨ ਕਹਿ ਰਿਹਾ ਸੀ, ਮੈਨੂੰ ਹੱਥੀਂ ਪਾਪ ਨਹੀਂ ਕਰਨਾ ਪਏਗਾ। ਹਰ ਬੰਦਾ ਆਪਣੇ ਕਰਮਾਂ ਦਾ ਫਲ ਭੋਗਦਾ ਏ। ਗੀਤਾ ਵਿੱਚ ਭਗਵਾਨ ਕ੍ਰਿਸ਼ਨ ਆਖਦੇ ਆ, ਸੰਸਾਰ ਦਾ ਸਾਰਾ ਜੀ ਪਸਾਰਾ ਮੈਂ ਆਪ ਹਾਂ। ਮੈਂ ਸਭ ਨੂੰ ਮਾਰੀ ਬੈਠਾ। ਜਨਮ ਮਰਨ ਸੁਪਨਾ ਏ, ਗੁਣ ਦੋਸ਼ ਨਿਰਮੋਲ। ਉਸ ਵੱਖ-ਵੱਖ ਪੱਖਾਂ ਤੋਂ ਆਪਣੀ ਪਲ-ਪਲ ਖੁਰਦੀ ਜ਼ਮੀਰ ਨੂੰ ਬੰਨ ਮਾਰਿਆ ਚਾਹਿਆ। ਉਸ ਨੂੰ ਇੱਕ ਮਿਥਿਹਾਸਿਕ ਕਹਾਣੀ ਯਾਦ ਆ ਗਈ। ਇੱਕ ਜਲਾਦ ਧਰਮਰਾਜ ਦੇ ਪੇਸ਼ ਹੋਇਆ। ਉਹਦੇ ਕਰਮਾਂ ਦਾ ਵਹੀ ਖਾਤਾ ਫਰੋੜਿਆ ਗਿਆ। ਧਰਮਰਾਜ ਨੇ ਉਸ ਨੂੰ ਡੰਨ ਸੁਣਾਇਆ। 1000 ਸਾਲ ਨਰਕ ਵਿੱਚ ਤਸੀਹੇ। ਰਹਿਮ ਧਰਮਰਾਜ, ਮੇਰਾ ਕੋਈ ਦੋਸ਼ ਨਹੀਂ। ਮੈਂ ਤਾਂ ਆਪਣੇ ਰਾਜੇ ਦਾ ਵਫਾਦਾਰ ਰਹਿ ਕੇ ਹੁਕਮ ਮੰਨਿਆ ਹੈ। ਕਿਸੇ ਬੇਗੁਨਾਹ ਦੇ ਖੂਨ ਦੀ ਸਜ਼ਾ ਰਾਜੇ ਨੂੰ ਮਿਲਣੀ ਚਾਹੀਦੀ ਹੈ, ਨਾ ਕਿ ਮੈਨੂੰ। ਜਲਾਦ ਦੀ ਦਲੀਲ ਠੀਕ ਸੀ। ਉਹ ਵਫਾਦਾਰੀ ਨਾਲ ਆਗਿਆ ਪਾ ਲਈ ਸੀ। ਧਰਮਰਾਜ ਨੇ ਯਮਰਾਜ ਨੂੰ ਭੇਜ ਕੇ ਰਾਜਾ ਵੀ ਆਪਣੇ ਦਰਬਾਰ ਤਲਬ ਕਰ ਲਿਆ। ਚਿੱਤਰਗੁਪਤ ਨੇ ਉਹਦੇ ਲੇਖੇ ਵਿੱਚ ਵੀ ਪਾਪ ਹੀ ਪਾਪ ਲਿਖੇ ਵਿਖਾਏ। ਪੁੰਨ ਕਰਮ ਕੋਈ ਨਹੀਂ ਸੀ। ਧਰਮਰਾਜ ਨੇ ਰਾਜੇ ਨੂੰ ਸੁਣਾਇਆ, ਰਾਜਾ ਸਾਹਿਬ, ਜਲਾਦ ਭਾਈ ਸਾਰੇ ਕਤਲ ਤੇਰੇ ਜੁਮੇ ਪਾਉਂਦਾ ਏ ਅਤੇ ਤੇਰੇ ਹੁਕਮ ਦੀ ਵਫਾਦਾਰੀ ਮੰਨ ਕੇ ਬਰੀ ਹੁੰਦਾ ਏ। ਤੂੰ ਆਪਣੀ ਸਫਾਈ ਦੇ ਸਕਦਾ ਏ, ਨਹੀਂ ਤਾਂ 1000 ਵਰੇ ਨਰਕਾਂ ਵਿੱਚ ਗੁਰਜਾਂ ਦੇ ਮਾਰ ਹੇਠਾਂ ਸਜ਼ਾ ਭੁਗਤਣੀ ਪਏਗੀ। ਰਾਜਾ ਰੇਸ਼ਮੀ ਰੁਮਾਲ ਨਾਲ ਮੁੜਕਾ ਸਾਫ਼ ਕਰਦਿਆਂ ਬੋਲਿਆ, ਧਰਮਰਾਜ ਜੀ, ਮੈਂ ਆਪਣੇ ਤਨ ਅਤੇ ਪੁੰਨਾਂ ਦੇ ਆਸਰੇ ਰਾਜਾ ਬਣਿਆ। ਲੰਮੇ ਚੌੜੇ ਰਾਜ ਵਿੱਚ ਨਿਆਂ ਕਰਦਿਆਂ ਇੱਕ ਅੱਧ ਭੁੱਲ ਵੀ ਹੋ ਸਕਦੀ ਹੈ। ਮੇਰੇ ਸਾਰੇ ਮੁਕੱਦਮੇ ਸਰਕਾਰੀ ਵਕੀਲ ਲੜਦਾ ਹੈ। ਮੁਕੱਦਮਾ ਗੁੰਝਲਦਾਰ ਹੋ ਜਾਣ ਤੇ ਸਰਕਾਰੀ ਵਕੀਲ ਨੂੰ ਵੀ ਸੰਮਣ ਕਰਕੇ ਬੁਲਾਉਣਾ ਪਿਆ। ਉਸ ਨੂੰ ਸਾਰੀ ਤਫਸਲੀ ਦੱਸੀ ਗਈ। ਵਕੀਲ ਨੇ ਜਲਾਦ ਉੱਤੇ ਜਿਰਾ ਸ਼ੁਰੂ ਕਰ ਦਿੱਤੇ। ਭਾਈ ਜਲਾਦ, ਤੂੰ ਰਾਜੇ ਦਾ ਵਫਾਦਾਰ ਰਹਿਣ ਲਈ ਸਹੁੰ ਖਾਧੀ? ਖਾਧੀ ਵਕੀਲ ਸਾਹਿਬ। ਭੇਤ ਲੁਕਾ ਕੇ ਰੱਖਣ ਦਾ ਹਲਫ ਲਿਆ। ਰਾਜੇ ਦੀ ਔਖ ਸੌਖ ਵਿੱਚ ਮਰਨ ਦੀ ਪ੍ਰਤਿੱਗਿਆ ਕੀਤੀ। ਹਾਂ ਜੀ, 16 ਆਨੇ ਕੀਤੀ। ਹੁਣ ਰਾਜਾ ਸਾਹਿਬ ਦੀ ਥਾਂ ਡੰਨ ਭਰਨੋਂ ਕਿਉਂ ਮੁੱਕਰਦਾ ਹੈ? ਵਕੀਲ ਨੇ ਧਰਮਰਾਜ ਨੂੰ ਸੰਬੋਧਨ ਕਰਦਿਆਂ ਜਿਰਾ ਜਾਰੀ ਰੱਖੀ। ਜਲਾਦ ਨੂੰ ਜੇ ਕਿਸੇ ਕੇਸ ਵਿੱਚ ਮੁਲਜ਼ਮ ਦੇ ਬੇਗੁਨਾਹ ਹੋਣ ਦਾ ਪਤਾ ਸੀ, ਇਹ ਆਪਣੀ ਜ਼ਮੀਰ ਦੀ ਆਵਾਜ਼ ਦੇ ਆਸਰੇ ਵਿਚਾਰੇ ਦੀ ਧੌਣ ਉੱਤੇ ਤਲਵਾਰ ਚਲਾਉਣੋਂ ਨਾ ਕਰ ਸਕਦਾ ਸੀ। ਇਸ ਕੋਲ ਪਰਮਾਤਮਾ ਦਾ ਦਿੱਤਾ ਇੱਕ ਮੌਕਾ ਸੀ, ਜਿਹੜਾ ਇਸ ਇੱਕ ਵਾਰ ਵੀ ਨਹੀਂ ਵਰਤਿਆ। ਸੋ ਮਾਈ ਲਾਰਡ, ਰਾਜਾ ਸਾਹਿਬ ਉੱਤੇ ਕੋਈ ਵੀ ਦੋਸ਼ ਨਹੀਂ ਆਉਂਦਾ। ਐਸਪੀ ਰਘੁਨੰਦਨ ਦੀ ਚੇਤਨਾ ਹੋਰ ਵੀ ਤੜਪ ਉੱਠੀ। ਮੈਂ ਜਲਾਦ ਵੀ ਬਣਿਆ, ਰਾਜਾ ਵੀ ਬਣਿਆ। ਮੇਰੇ ਬਚਾਅ ਵਾਸਤੇ ਕੋਈ ਦਲੀਲ ਘਾਟ ਨਹੀਂ ਕਰ ਸਕਦੀ। ਉਹ ਡਿੱਗਦਾ ਸਿਰ ਹੱਥਾਂ ਉੱਤੇ ਬੋਚੀ ਸੋਚਾਂ ਵਿੱਚ ਡੁੱਬਾ ਹੋਇਆ ਸੀ, ਜਦੋਂ ਉਸ ਨੂੰ ਇੱਕ ਹਵਲਦਾਰ ਨੇ ਇਤਲਾਹ ਆ ਦਿੱਤੀ। ਜਨਾਬ, ਆਉਣ ਵਾਲੇ ਦੀ ਆਵਾਜ਼ ਥਥਲਾਈ ਹੋਈ ਸੀ। ਡੀਐਸਪੀ ਸਾਹਿਬ ਨੇ ਮੁਲਜ਼ਮ ਦੀਆਂ ਅੱਖਾਂ ਚਾਕੂ ਨਾਲ ਕੱਟ ਦਿੱਤੀਆਂ। ਜਿਉਂਦੇ ਦੀਆਂ ਅੱਖਾਂ ਕੱਟ ਦਿੱਤੀਆਂ? ਐਸਪੀ ਹੋਰ ਵੀ ਘਬਰਾ ਗਿਆ। ਕਿਉਂ? ਉਸ ਆਪੇ ਤੋਂ ਪੁੱਛਿਆ। ਉਸ ਨੂੰ ਕੋਈ ਜਵਾਬ ਨਾ ਔੜਿਆ।
ਸਗੋਂ ਉਹਦੇ ਕੰਨਾਂ ਨੇ ਪਰਸਰਾਮ ਦਾ ਫੋਨ ਟਣਾ ਟਣ ਕਰਦਾ ਸੁਣਿਆ। ਮੰਗਲ, ਤੂੰ ਜਾ। ਉਹਨਾਂ ਉਹਦੇ ਪੁੱਤ ਨੂੰ ਗੋਲੀ ਮਾਰੀ ਸੀ। ਰਘੁਨੰਦਨ ਨੂੰ ਝੱਟ ਖਿਆਲ ਆ ਗਿਆ, ਜੇ ਮੈਂ DIG ਹੋ ਕੇ ਪੈਨਸ਼ਨ ਜਾਣਾ ਏ ਤਦ ਸਭ ਕੁਝ ਵਫਾਦਾਰੀ ਨਾਲ ਜਰਨਾ ਪਏਗਾ। ਜ਼ਮੀਰ ਦੀ ਸੰਗੀ ਕੁੱਟਣੀ ਪਏਗੀ। ਪਰ ਜੇ ਉਹਨਾਂ ਮੇਰੇ ਬੇਨੇਪਾਲ ਨੂੰ ਗੋਲੀ ਮਾਰ ਦਿੱਤੀ, ਉਹ ਕੁਰਸੀ ਹੇਠਲੇ ਲਾਲ ਨੀਲੇ ਫਰਸ਼ ਤੱਕ ਕੰਬ ਗਿਆ। ਪੁੱਤਰ ਦੇ ਮੋਹ ਵਿੱਚ ਉਸ ਦੀਆਂ ਅੰਦਰਾਂ ਨੂੰ ਕੁੜਲ ਪੈ ਗਏ। ਰਘੁਨੰਦਨ, ਅਸੀਂ ਹੁਕਮ ਦੇ ਗੁਲਾਮ ਆ, ਬੇਜ਼ਮੀਰੇ ਮਨੁੱਖ। ਉਸ ਆਪੇ ਨੂੰ ਫਤਵਾ ਦਿੱਤਾ। ਹਵਲਦਾਰ ਮੰਗਲ ਬਰਾੜ ਦੀ ਸ਼ਿਕਾਇਤ ਕਰਨ ਆਇਆ ਸੀ। ਉਹਦੀ ਰੂਹ ਭੈ ਪੀਤ ਕਰ ਦੇਣ ਵਾਲਾ ਨੰਗਾ ਜ਼ੁਲਮ ਸਹਿ ਨਹੀਂ ਸਕੀ ਸੀ। ਕਮਾਣੀ ਵਾਲਾ ਪਠਾਣੀ ਚਾਕੂ ਦੋਵੇਂ ਵਾਰ ਵੇਦ ਦੀਆਂ ਅੱਖਾਂ ਦੀ ਥਾਂ ਉਸਦੇ ਸੀਨੇ ਖੁੱਭ ਕੇ ਰਹਿ ਗਿਆ ਸੀ। ਉਹਦੀ ਆਤਮਾ ਬਾਵਲੀ ਹੋਈ ਚੀਕ ਪਈ ਸੀ। ਉਹ ਭੱਜ ਕੇ ਹੈੱਡ ਕੋਲ ਹੀ ਆ ਸਕਦਾ ਸੀ, ਜਦੋਂ ਉਸਨੂੰ ਸਾਰੀ ਅਫਸਰਸ਼ਾਹੀ ਇੱਕੋ ਥੈਲੀ ਦੇ ਚੱਟੇ ਵੱਟੇ ਸਾਬਤ ਹੋਈ। ਉਸ ਦਿਲ ਦਾ ਜ਼ਖਮ ਘੁੱਟ ਲਿਆ। ਉਸ ਦੌੜ ਕੇ ਮੁੜ ਵੇਦ ਨੂੰ ਤੱਕਿਆ। ਲਹੂ ਦੇ ਵਗ ਰਹੇ ਚਸ਼ਮਿਆਂ ਵਿਚਕਾਰ ਸੂਰਮਾ ਮੁਸਕਾਈ ਜਾ ਰਿਹਾ ਸੀ। ਉਹਦੀਆਂ ਅੱਖਾਂ ਵਿੱਚੋਂ ਸੂਹਾ ਨੂਰ ਫੁੱਟ ਪਿਆ। ਸੂਰਜ ਨੇ ਲੰਮਾ ਹੌਂਕਾ ਭਰ ਕੇ ਆਪਣਾ ਮੂੰਹ ਗੱਜ ਲਿਆ। ਹਨੇਰੇ ਨੇ ਬਚਦਾ ਚਾਨਣ ਸਮੇਟਣਾ ਸ਼ੁਰੂ ਕਰ ਦਿੱਤਾ। ਬਾਹਰ ਭਰੇ ਬਾਜ਼ਾਰ ਬਿਜਲੀ ਦੀਆਂ ਲਾਈਟਾਂ ਲੱਛਾਂ ਮਾਰ ਰਹੀ ਹੈ। ਮੰਗਲ ਆਪਣੇ ਘਰੋਂ ਵੇਦ ਲਈ ਰੋਟੀ ਲੈ ਆਇਆ। ਹੁਣ ਤੱਕ ਕਰੜੇ ਹੁਕਮਾਂ ਕਾਰਨ ਉਸ ਨੂੰ ਪਾਣੀ ਦੀ ਬੂੰਦ ਤੱਕ ਨਹੀਂ ਦਿੱਤੀ ਗਈ ਸੀ। ਬਰਾੜ ਸਾਹਿਬ ਬਾਹਰਲੀ ਬੈਠਕ ਵਿੱਚ ਮੇਜ਼ ਲਾਈ ਵਿਸਕੇ ਪੀ ਜੰਗ ਲਈ ਤਿਆਰ ਹੋ ਰਿਹਾ ਸੀ। ਨਹੀਂ ਭਰਾਵਾ, ਰੋਟੀ ਹੁਣ ਕਾਹਦੇ ਲਈ ਖਾਣੀ ਹੈ? ਜੇ ਤੂੰ ਮਿਹਰਬਾਨੀ ਕਰ ਸਕਦਾ ਹੈ ਤਾਂ ਬੁੱਕ ਪਾਣੀ ਪਿਆ ਦੇ। ਮੇਰਾ ਸੰਗ। ਪਿਆਸ ਨੇ ਉਸ ਦਾ ਸੰਗ ਫੜ ਲਿਆ ਸੀ। ਮੰਗਲ ਸਿੰਘ ਵੇਦ ਕੋਲ ਆਉਣਾ ਨਹੀਂ ਚਾਹੁੰਦਾ ਸੀ। ਉਸ ਨੂੰ ਦੇਖਦੇ ਸਾਰ ਦਰਦ ਦੀਆਂ ਕਾਤੀਆਂ ਉਹਦੇ ਅੰਦਰ ਭੰਗੜਾ ਪਾਉਣ ਲੱਗ ਜਾਂਦੀਆਂ ਸਨ। ਉਸ ਪਾਣੀ ਦਾ ਗਲਾਸ ਉਹਦੇ ਮੂੰਹ ਨੂੰ ਆ ਲਾਇਆ। ਵੇਦ ਦਾ ਅੰਦਰ ਪਿਆਸ ਨਾਲ ਸੱਸੀ ਦਾ ਰੇਗਿਸਤਾਨ ਬਣਿਆ ਪਿਆ ਸੀ। ਪਾਣੀ ਦਾ ਗਲਾਸ ਪੀ ਕੇ ਵੇਦ ਦੀ ਧੌਣ ਪਾਸੇ ਨੂੰ ਲੁੱਟ ਗਈ। ਮੰਗਲ ਘਬਰਾ ਕੇ ਉੱਥੇ ਪਰੇ ਹੋ ਗਿਆ। ਉਹਦੇ ਭਾਣੇ ਮੁਲਜ਼ਮ ਆਖਰੀ ਸਾਹ ਲੈ ਰਿਹਾ ਸੀ। ਅੱਧੀ ਰਾਤ ਹੋਣ ਤੇ ਵੇਦ ਨੂੰ ਟਰੱਕ ਵਿੱਚ ਸੁੱਟ ਲਿਆ। 10-15 ਮੀਲ ਟਰੱਕ ਨੂੰ GT ਰੋਡ ਉੱਤੇ ਹੌਂਕਣੀ ਚਾੜੀ ਰੱਖੀ। ਫਿਰ ਉਸ ਨੂੰ ਇੱਕ ਅਪਰੋਚ ਰੋਡ 3-4 ਮੀਲ ਭਜਾਇਆ ਗਿਆ। ਇੱਕ ਸੇਮ ਨਾਲੇ ਦੇ ਪੁਲ ਤੋਂ ਟਰੱਕ ਕੱਚੇ ਲਾ ਲਿਆ। ਖਲੋਤੇ ਟਰੱਕ ਤੋਂ ਵੇਦ ਨੂੰ ਸਤੇਰੀ ਵਾਂਗ ਪੁੰਜੇ ਭੁਆਂ ਮਾਰਿਆ। ਬੱਚੂ, ਹੁਣ ਦੱਸ, ਕਾਕੇ ਮਨਦੀਪ ਨੂੰ ਕਿਵੇਂ ਮਾਰਿਆ ਸੀ? DSP ਨੇ ਕਿਸੇ ਬਦਮਾਸ਼ ਤੋਂ ਖੋਹੀ ਟੋਕੀ ਹੱਥ ਫੜ ਲਈ। ਵੇਦ ਨੇ ਕੋਈ ਉੱਤਰ ਨਾ ਦਿੱਤਾ। ਉਸ ਨੂੰ ਦਿਸਦਾ ਤਾਂ ਕੁਝ ਹੈ ਹੀ ਨਹੀਂ ਸੀ, ਇਸ ਲਈ ਉਹਦੇ ਮਨ ਦਾ ਅੱਧਾ ਪੈ ਕੁਦਰਤੀ ਗਵਾਚ ਗਿਆ। ਨੰਗੇ ਹਥਿਆਰ ਦਾ ਵਾਰ ਵਧੇਰੇ ਜਾਨ ਕੱਢਦਾ ਏ। ਚਾਨਣ। ਡਿਪਟੀ ਨੇ ਬੈਟਰੀ ਫੜੀ ਖਲੋਤੇ ਥਾਣੇਦਾਰ ਨੂੰ ਪੁਕਾਰਿਆ। ਚਾਨਣ ਦੀ ਧਾਰ ਫੁੱਟਣ ਸਾਰ ਹੀ ਬਰਾੜ ਨੇ ਟੋਕੀ ਦਾ ਭਰਮਾ ਵਾਰ ਵੇਦ ਦੇ ਗਿੱਟੇ ਉੱਤੇ ਕੀਤਾ। ਉਹ ਮੁੰਡਾ ਲੱਤ ਖਿੱਚ ਕੇ ਰਹਿ ਗਿਆ। ਉਹਦੇ ਵੱਜੇ ਹੱਥ ਗਿੱਟੇ ਤੱਕ ਨਾ ਪਹੁੰਚ ਸਕੇ। ਇੱਕ ਦਿਲ ਚਿਰਮੀ ਵਿਲਕਣੀ ਉਹਦੇ ਮੋਟੇ ਬੁੱਲਾਂ ਨਾਲ ਟਕਰਾ ਕੇ ਵਾਪਸ ਮੁੜ ਗਈ। ਉਸ ਜੀ ਹੋਰ ਕਰੜਾ ਕਰ ਲਿਆ। ਹੁਣ ਸੂਰਮੇ ਇਨਕਲਾਬੀਆਂ ਵਾਂਗ ਮਰਨ ਦਾ ਵੇਲਾ ਆ ਗਿਆ। ਵਗਦੀਆਂ ਅੱਖਾਂ ਦਾ ਲਹੂ ਕਦੋਂ ਦਾ ਸੁੱਕ ਚੁੱਕਾ ਸੀ, ਪਰ ਹੁਣ ਦਿਲ ਦਾ ਸਾਰਾ ਲਹੂ ਗਿੱਟੇ ਵਿਚਲੀ ਦੌੜ ਤੁਰਿਆ ਸੀ। DSP ਬਰਾੜ ਨੇ ਤਿੱਖੀ ਟੋਕੀ ਦੇ 3-4 ਵਾਰਾਂ ਨਾਲ ਗਿੱਟਾ ਲੱਤ ਨਾਲੋਂ ਅੱਡ ਕਰ ਦਿੱਤਾ। ਉਸ ਚਾਹਿਆ ਧਾਰ ਵਗਦੇ ਲਹੂ ਦੀ ਚੋਲੀ ਪੀ ਕੇ ਆਪਣੀ ਸੜਦੀ ਹਿੱਕ ਨੂੰ ਸ਼ਾਂਤ ਕਰ ਲਵਾਂ, ਪਰ ਉਹ ਦਰਦ ਭਰੇ ਰੋਹ ਵਿੱਚ ਭਵਕਾਰਿਆ। ਕੁੱਤੇ ਦੇ ਪੁੱਤੋ, ਤੁਹਾਨੂੰ ਮੈਂ ਮਾਰਿਆ ਸੀ। ਉਹਦੀ ਸਜ਼ਾ ਮਨਦੀਪ ਨੂੰ ਕਿਉਂ ਦਿੱਤੀ? ਮੈਨੂੰ ਕਿਉਂ ਨਾ ਮਾਰਿਆ? ਬਾਪ ਦਾ ਮੋਹ ਪੁੱਤਰ ਦੀ ਆਈ ਮਰਨ ਲਈ ਤਿਆਰ ਸੀ। ਹਰਾਮੀਆਂ, ਜਿਨ੍ਹਾਂ ਦੇ ਲਾਲ ਤੂੰ ਮਾਰੇ ਐ, ਉਹਨਾਂ ਦਾ ਨਹੀਂ ਸੀ ਕੋਈ ਬਾਪ? ਤੈਨੂੰ ਸਜ਼ਾ ਨਿੱਤ ਮਰਦੇ ਰਹਿਣ ਦੀ ਮਿਲਣੀ ਚਾਹੀਦੀ ਸੀ। ਕੋਈ ਆਦਮੀ ਸੋਚ ਹੀ ਨਹੀਂ ਸਕਦਾ ਸੀ ਜਿਸ ਬੰਦੇ ਅੰਦਰੋਂ ਪਰਨਾਲੇ ਵਾਂਗ ਲਹੂ ਵਗ ਰਿਹਾ ਹੋਵੇ, ਉਹ ਇੰਨੇ ਜਵੇ ਨਾਲ ਉੱਤਰ ਦੇਵੇਗਾ। ਪਰ ਜਨੂਨ ਹੌਸਲੇ ਦੇ ਘੋੜੇ ਚੜ੍ਹ ਕੇ ਕੁੱਦ ਪਿਆ ਸੀ। ਤੇਰੇ ਕੁੱਤੇ ਦੀ ਇਹ ਮਜ਼ਾਲ। ਬਰਾੜ ਨੇ ਲਗਾਤਾਰ ਵਾਰਾਂ ਨਾਲ ਵੇਦ ਦਾ ਦੂਜਾ ਗਿੱਟਾ ਵੀ ਵੱਢ ਸੁੱਟਿਆ। ਵੇਦ ਨੂੰ ਕਰਾਉਂਦਿਆਂ, ਤੜਪਦਿਆਂ ਤੇ
ਲੋਟ ਪੋਟਣੀਆਂ ਖਾਂਦੇ ਨੂੰ ਸਾਰੇ ਸਿਪਾਹੀ ਬੁੱਤ ਬਣੇ ਵੇਖ ਰਹੇ ਸਨ। ਕਈ ਸੋਚ ਰਹੇ ਸਨ ਮਨੁੱਖ ਇੰਨਾ ਬੇਰਹਿਮ ਵੀ ਹੋ ਸਕਦਾ ਹੈ। ਭਾਈ ਮਨੀ ਸਿੰਘ ਦਾ ਬੰਦ-ਬੰਦ ਕੱਟਣਾ ਉਹਨਾਂ ਸਾਹਮਣੇ ਨਵਾਂ ਇਤਿਹਾਸ ਬਣ ਰਿਹਾ ਸੀ। ਔਰੰਗਜ਼ੇਬ ਨੇ ਆਪਣੇ ਸਕੇ ਭਰਾ ਦਾਰਾ ਸ਼ਿਕੋਹ ਦੀਆਂ ਅੱਖਾਂ ਕਢਵਾ ਦਿੱਤੀਆਂ ਸਨ। ਜ਼ੁਲਮ ਦੀ ਇੰਤਹਾ ਕਿੱਥੋਂ ਤੱਕ ਜਾ ਸਕਦੀ ਹੈ। ਉਹਨਾਂ ਦੀਆਂ ਡਿਗ-ਡਿਗ ਉੱਠਦੀਆਂ ਧੜਕਣਾਂ ਨੇ ਸਾਹ ਰੋਕ ਲਏ। ਵੇਦ ਦੇ ਪੈਰ ਉਹਦੇ ਜਿਸਮ ਨਾਲੋਂ 2 ਕਦਮਾਂ ਦੀ ਵਿੱਥ ਉੱਤੇ ਪਏ ਸਨ। ਜਿਨ੍ਹਾਂ ਪੈਰਾਂ ਨਾਲ ਉਹਦੀ ਜ਼ਿੰਦਗੀ ਲਹੂ ਧਾਰਾ ਵਿੱਚੋਂ ਦੀ ਤੁਰਦਿਆਂ ਇੱਕ ਮੰਜ਼ਿਲ ਮਾਰ ਆਈ ਸੀ। ਕਿਉਂ? ਹੁਣ ਦੱਸ। ਬਰਾੜ ਦੀ ਵਹਿਸ਼ਤ ਕਈ ਜੰਗਲੀ ਹੱਦਾਂ ਟੱਪ ਗਈ। ਮੇਰੇ ਲਹੂ ਦੀ ਬੂੰਦ-ਬੂੰਦ ਮੁੰਡੇ ਦਾ ਬੋਲ ਟੁੱਟਦਾ ਜਾ ਰਿਹਾ ਸੀ। ਤੇਰੀ ਹੋਣੀ ਤੇ ਸਹੀ ਹੀ ਨਹੀਂ ਪਾ ਰਹੀ। ਨਵੇਂ ਨਿਜ਼ਾਮ ਦੇ ਲੇਖ ਵੀ ਵਾਰੇ ਹੈ। ਤਾਰੀਖ, ਜ਼ਾਲਮ, ਮਜ਼ਲੂਮ ਦਾ ਫੈਸਲਾ, ਲੋਕਾਂ ਲਈ ਕੌਣ ਜੀਵਿਆ ਕੌਣ ਮਰਿਆ। ਸਾਲਾ ਮੇਰਾ ਹਾਲੇ ਵੀ ਸਾਡੀਆਂ ਹੋਣੀਆਂ ਪਰਖਦਾ ਏ, ਲੋਕਾਂ ਦਾ ਵਾਸਤਾ ਦਿੰਦਾ ਏ। ਮਾਰ ਲੈ ਆਪਣੇ ਪਿਓ ਲੋਕਾਂ ਨੂੰ ਖਾਕ। ਬਰਾੜ ਨੇ ਮੁੜ ਮੁੱਠਾਂ ਵਿੱਚ ਥੁੱਕ ਕੇ ਟੋਕੀ ਵਾਉਣੀ ਸ਼ੁਰੂ ਕਰ ਦਿੱਤੀ ਤੇ ਵੇਦ ਦੇ ਗੋਡਿਆਂ ਨੂੰ ਟੱਕ ਧਰ ਲਿਆ। ਲੋਕ ਜ਼ਿੰਦਾਬਾਦ, ਇਨਕਲਾਬ। ਮਾਸਟਰ ਨਾਰੇ ਮਾਰਦਾ ਮਾਰਦਾ ਬੇਹੋਸ਼ ਹੋ ਗਿਆ। ਟਾਰਚ ਦਾ ਚਾਨਣ ਬੋਝ-ਬੋਝ ਵੇਦ ਦੇ ਗੋਡਿਆਂ ਉੱਤੇ ਪੈ ਰਿਹਾ ਸੀ। ਲਹੂ ਵਗ-ਵਗ ਕੇ ਉਹਦੇ ਦੁਆਲੇ ਛੱਪੜ ਬਣ ਗਏ ਸਨ। ਟੋਕੀ ਦੇ ਲੰਮੇ ਵਾਰਾਂ ਨਾਲ ਹੁਣ ਲਹੂ ਘੱਟ, ਸਗੋਂ ਮਾਸ ਦੀਆਂ ਬੁਰਕੀਆਂ ਬਹੁਤੀਆਂ ਉੱਡ ਰਹੀਆਂ ਸਨ। ਭਾਵੇਂ ਡੀਐਸਪੀ ਦਾ ਟੋਕੀ ਵਾਉਂਦੇ ਦਾ ਸਾਹ ਫੁੱਲ ਗਿਆ ਸੀ, ਪਰ ਉਸ ਦੋਵੇਂ ਗੋਡੇ ਅੱਡ ਕਰੇ ਬਿਨਾਂ ਹਥਿਆਰ ਨੇ ਰੋਕਿਆ। ਫਿਰ ਉਹਦੇ ਲੱਗਦੇ ਹੱਥ ਵੇਦ ਦਾ ਗਲ ਵੀ ਮੋਢਿਆਂ ਤੋਂ ਲਾ ਸੁੱਟਿਆ। ਟੋਕੀ ਵਗਾ ਕੇ ਉਸ ਵਿਸਕੀ ਦੀ ਬੋਤਲ ਚੁੱਕ ਲਈ। ਵੇਦ ਦੀ ਹਿੱਕ ਉੱਤੇ ਬੋਟ ਰੱਖ ਕੇ ਉਸ ਬੋਤਲ ਮੂੰਹ ਨੂੰ ਲਾ ਲਈ। ਪੁੱਤ ਮਨਦੀਪ ਸਿਆਂ, ਮੈਂ ਤੇਰਾ ਬਦਲਾ ਲੈ ਲਿਆ। ਮੁੜ ਮੂੰਹ ਦੀ ਬੋਤਲ ਸੁੱਟ ਕੇ ਉਸ ਤਾਹਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਥਾਣੇਦਾਰ ਨੇ ਉਸ ਨੂੰ ਬਾਹੋਂ ਫੜ ਕੇ ਜੇਬ ਵਿੱਚ ਲਿਆ ਬਹਾਇਆ। ਸਿਪਾਹੀਆਂ ਵੇਦ ਦੇ ਵੱਡੇ-ਵੱਡੇ ਟੁਕੜੇ ਇਕੱਠੇ ਕੀਤੇ ਅਤੇ ਮਿੱਟੀ ਦੇ ਤੇਲ ਦੀ ਟੀਨ ਡੋਲ ਕੇ ਅੱਗ ਲਾ ਕੇ ਉਹਨਾਂ ਚੋਰਾਂ ਵਾਂਗ ਉੱਥੋਂ ਨੱਠਣ ਦੀ ਕੀਤੀ। ਟਰੱਕ ਅਤੇ ਜੀਪ ਬੈਕ ਹੋ ਕੇ ਅਪਰੋਚ ਰੋਡ ਚੜ੍ਹ ਗਏ। ਅਗਲੇ ਦਿਨ ਟਿਊਬਲਾਂ ਦੇ ਕਿਸਾਨਾਂ ਨੇ ਆ ਕੇ ਕਾਰਾ ਵੇਖਿਆ। ਰਾਤੀ ਉਹਨਾਂ ਕੋਲੋਂ ਇੱਕ ਮੁਰਦੇ ਮਨੁੱਖ ਦੀਆਂ ਚੀਕਾਂ ਸੁਣੀਆਂ ਨਹੀਂ ਗਈਆਂ ਸਨ। ਡਰ ਦੇ ਮਾਰੇ ਉਹ ਆਪਣੀਆਂ ਕੋਠੜੀਆਂ ਵਿੱਚ ਦੜੇ ਰਹੇ ਸਨ। ਸ਼ਾਮ ਤੱਕ ਅੱਧ ਸੜੀ ਲਾਸ਼ ਉੱਤੇ ਕੁਝ ਸਟੂਡੈਂਟ ਵੀ ਆ ਗਏ। ਕਿਸਾਨਾਂ ਦੱਸਿਆ ਮਰਨ ਵਾਲਾ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਮਾਰ ਰਿਹਾ ਸੀ। ਵੇਦ ਨੂੰ ਫੜਨ ਵੇਲੇ ਜਿਹੜਾ ਸਟੂਡੈਂਟ ਥਾਣੇਦਾਰ ਨਾਲ ਝਗੜਿਆ ਸੀ ਆਖਣ ਲੱਗਾ, ਇਹ ਤਾਂ ਪਰਸੋਂ ਵਾਲੇ ਮਾਸਟਰ ਵੇਦ ਨੂੰ ਪੁਲਿਸ ਨੇ ਮਾਰਿਆ ਹੈ। ਲੋਕਾਂ ਵਿੱਚ ਆਇਆ ਡਰ ਆਪਣੇ ਆਪ ਰੋਹ ਵਿੱਚ ਬਦਲਣ ਲੱਗਾ। ਇੱਕ ਸਟੂਡੈਂਟ ਨੇ ਮੁੱਕਾ ਵੱਟ ਕੇ ਪੁਕਾਰਿਆ, ਮਾਸਟਰ ਵੇਦ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ। ਸਾਥੀਓ, ਇਸ ਸ਼ਹੀਦ ਦੀ ਅੱਧ ਸੜੀ ਲਾਸ਼ ਉੱਤੇ ਸਹੁੰ ਖਾਓ। ਇਸ ਜ਼ਾਲਮ ਸਰਕਾਰ ਨੂੰ ਰਹਿਣ ਨਹੀਂ ਦੇਣਾ। ਸਾਰਿਆਂ ਮੁੱਕੇ ਲਹਿਰਾ ਕੇ ਪ੍ਰਤਿੱਗਿਆ ਕੀਤੀ। ਫਿਰ ਉਹਨਾਂ ਕਿਸਾਨਾਂ ਦੀ ਮਦਦ ਨਾਲ ਸ਼ਹੀਦ ਦੇ ਸੰਸਕਾਰ ਦਾ ਓੜ-ਪੋੜ ਕਰਨਾ ਸ਼ੁਰੂ ਕਰ ਦਿੱਤਾ। ਧੰਨਵਾਦ ਜੀ। ਇਹ ਨਾਵਲ ਆਪ ਜੀ ਨੂੰ ਵਧੀਆ ਲੱਗਾ ਤਾਂ ਲਾਈਕ, ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੇ ਹੋਰ ਨਾਵਲ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ। ਧੰਨਵਾਦ ਜੀ।